उस्तत करहें अनेक जन, अंत न पारावार। नानक रचना प्रभ रची, बहुविध अनेक प्रकार। सतगुरु गुरु अर्जन साहब महाराज बख्शिश करते ने कि अनेकां ही जन अनेकां ही लोग अकाल पुरख वाहिगुरु की उस्तत करते ने, उहदी वडियाई करते ने, उहदियां गुणां नूं गाउंदे ने। और हर एक दा उहदे गुण गाउण दा तरीका वखरा है। कोई किसी तरीके नाल उहदे गुण गाउंदा है, कोई किसी तरीके नाल उहदे गुण गाउंदा है। पर सतगुरु कहंदे ने जिन्ने मर्जी लोग उहदी उस्तत करते ने, अंत उहदा फिर भी नहीं पाया जा सकता, क्योंकि उहदा अंत है ही नहीं है। अंत ना पारावार, उहदा अंत फिर भी नहीं लभ्या जा सकता। नानक रचना प्रभ रची। हुण मालिक तो अगे गल आ गई उहदी रचना दे बारे, उहदी सृष्टि दे बारे। आ जो कुदरत सानू नज़र आउंदी है, अंत मालिक दा भी नहीं। ते सतगुरु कहंदे ने नानक रचना प्रभ रची। प्रभु ने आ जिन्नी कायनात रची हुई है, आ सृष्टि रची हुई है, किदां दी रची है? बहुविध अनेक प्रकार, कई तरीकिਆਂ ਦੇ ਨਾਲ ਤੇ कई किस्मां दी ਇਹ ਬਨਸਪਤੀ ਤੇ सृष्टि आ जो कुदरत है, ये साडे सामने जो नज़र आउंदी है, ये मालिक ने पैदा कीती हुई है। फिर इनू समझ लईए, अकाल पुरख वाहिगुरू दे गुण बेअंत लोक गाउंदे ने, उहदा अंत नहीं पाया जा सकता। ਤੇ ਉਸ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਨੂੰ ਕਈ ਤਰੀਕਿਆਂ ਦੀ ਬਣਾਇਆ ਹੋਇਆ ਹੈ ਤੇ ਕਈ ਤਰੀਕਿਆਂ ਦੇ ਨਾਲ ਬਣਾਇਆ ਹੋਇਆ ਹੈ। ਇਸ ਅਸ਼ਟਪਦੀ ਦੇ ਵਿੱਚ ਲਗਭਗ ਆ ਜਿਹੜੀ ਸ੍ਰਿਸ਼ਟੀ ਹੈ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ, ਇਹਦੇ ਵਿੱਚ ਕਿੱਦਾਂ ਦੇ ਲੋਕ ਨੇ, ਕਿਵੇਂ ਦੀ ਇਹ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਗੱਲ ਰੱਖੀ ਹੈ। ਤੇ ਵਿਆਖਿਆ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਵਾਂ, ਸ੍ਰਿਸ਼ਟੀ ਦੇ ਵਿੱਚ ਦੋ ਗੁਣ ਮੁੱਖ ਤੌਰ ਦੇ ਉੱਤੇ ਚੱਲਦੇ ਨੇ, ਚੰਗਾ ਤੇ ਬੁਰਾ। ਜਿਹੜਾ ਸਾਡੇ ਲਈ ਚੰਗਾ ਹੈ, ਹੋ ਸਕਦਾ ਕਿਸੇ ਦੂਸਰੇ ਲਈ ਬੜਾ ਬੁਰਾ ਹੋਵੇ, ਤੇ ਹੋ ਸਕਦਾ ਜਿਹੜਾ ਦੂਸਰੇ ਲਈ ਬੁਰਾ ਹੈ ਉਹ ਸਾਡੇ ਲਈ ਬੜਾ ਚੰਗਾ ਹੋਵੇ। ਬੈਲੈਂਸ ਹੈ ਨਾ। ਇਸ ਕਰਕੇ ਇਹਨੂੰ ਬੈਲੈਂਸ ਰੱਖਣ ਦੇ ਲਈ ਅਕਾਲ ਪੁਰਖ ਵਾਹਿਗੁਰੂ ਨੇ ਦੋ ਚੀਜ਼ਾਂ ਪੈਦਾ ਕੀਤੀਆਂ ਨੇ। ਐਨਰਜੀ ਦੇ ਵਿੱਚ ਪੋਜ਼ੀਟਿਵ ਤੇ ਨੈਗੇਟਿਵਿਟੀ ਦੀ ਗੱਲ ਆਉਂਦੀ ਹੈ। ਇਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਨੇ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਹ ਨਾ ਤੇ ਸੰਸਾਰ ਇੱਦਾਂ ਦਾ ਹੈ ਵੀ ਅਸੀਂ ਕਹੀਏ ਵੀ ਸਾਰੇ ਦੇ ਸਾਰੇ ਹੀ ਇੱਥੇ ਚੰਗੇ ਹੋ ਗਏ ਨੇ। ਸਾਰੇ ਦੇ ਸਾਰੇ ਕਦੀ ਵੀ ਚੰਗੇ ਨਹੀਂ ਹੁੰਦੇ। ਪਰ ਇੱਦਾਂ ਵੀ ਨਹੀਂ ਵੀ ਅਸੀਂ ਸਾਰਿਆਂ ਨੂੰ ਵੇਖ ਕੇ ਇਹ ਕਹਿ ਦਈਏ ਵੀ ਕੋਈ ਵੀ ਚੰਗਾ ਨਹੀਂ ਰਿਹਾ। ਜਦੋਂ ਵੀ ਅਸੀਂ ਗਿਣਤੀ ਕਰਾਂਗੇ ਨਾ ਇਸ ਦੁਨੀਆ ਦੇ ਵਿੱਚ, ਤੇ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਹੈ ਇੱਥੇ, ਤੇ ਕੋਟ ਸ਼ਬਦ ਵਰਤਿਆ ਹੈ। ਜਪਜੀ ਸਾਹਿਬ ਦੇ ਅੰਦਰ ਮਹਾਰਾਜ ਜੀ ਨੇ ਅਸੰਖ ਸ਼ਬਦ ਵਰਤਿਆ ਹੈ। ਗੁਰੂ ਸਾਹਿਬ ਦੀਆਂ ਦੋ ਪੌੜੀਆਂ ਨੇ ਇਸ ਸੰਬੰਧੀ, ਜਿਹਦੇ ਵਿੱਚ ਵੈਸੇ ਤੇ ਤਿੰਨ ਨੇ ਅਸੰਖ ਵਾਲੀਆਂ, ਪਰ ਆਪ ਜੀ ਪੜ੍ਹਦੇ ਜੇ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਅਸੰਖ, ਸੰਖ ਦਾ ਮਤਲਬ ਹੋ ਗਿਆ ਸੰਖਿਆ, ਗਿਣਤੀ। ਅਸੰਖ ਦਾ ਮਤਲਬ ਹੋ ਗਿਆ ਜਿਹੜਾ ਕਾਊਂਟਲੈਸ ਹੈ, ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਕਹਿੰਦੇ ਅਸੰਖ ਲੋਕ ਉਹ ਨੇ ਜਿਹੜੇ ਜਪ ਕਰਨ ਵਾਲੇ ਨੇ, ਅਸੰਖ ਹੀ ਪੂਜਾ ਕਰਨ ਵਾਲੇ ਨੇ। ਇੱਥੇ ਵੀ ਆਵੇਗੀ ਇਸ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਗੱਲ ਕੀਤੀ ਉਹਨਾਂ ਦੇ ਬਾਰੇ ਜਿਹੜੇ ਚੰਗੇ ਕਰਮ ਮੰਨੇ ਜਾਂਦੇ ਨੇ ਤੇ ਚੰਗੇ ਕੰਮ ਕਰਦੇ ਨੇ। ਜਪੀ ਨੇ, ਤਪੀ ਨੇ, ਪਾਠ ਕਰਨ ਵਾਲੇ ਨੇ, ਪੂਜਾ ਕਰਨ ਵਾਲੇ ਨੇ। ਸਤਿਗੁਰੂ ਕਹਿੰਦੇ ਇਹ ਵੀ ਅਸੰਖ ਨੇ, ਗਿਣਤੀ ਇਹਨਾਂ ਦੀ ਵੀ ਕੋਈ ਨਹੀਂ। ਪਰ ਮਹਾਰਾਜ ਜੀ ਨੇ ਅਗਲੀ ਪੌੜੀ 'ਚ ਗੱਲ ਕੀਤੀ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ। ਇਹ ਸਾਰੇ ਉਹ ਨੇ ਜਿਨ੍ਹਾਂ ਨੂੰ ਬਿਲਕੁਲ ਨੀਵੇਂ ਮੰਨਿਆ ਜਾਂਦਾ, ਨਿਕੰਮੇ ਮੰਨਿਆ ਜਾਂਦਾ। ਵੀ ਜੇ ਚੰਗਿਆਂ ਦੀ ਗਿਣਤੀ ਨਹੀਂ ਨਾ, ਤੇ ਬੁਰਿਆਂ ਦੀ ਗਿਣਤੀ ਵੀ ਥੋੜ੍ਹੀ ਨਹੀਂ ਹੈ। ਇਸ ਕਰਕੇ ਜਦੋਂ ਵੀ ਅਸੀਂ ਸ੍ਰਿਸ਼ਟੀ ਨੂੰ ਵੇਖਣਾ ਹੈ, ਆਲੇ ਦੁਆਲੇ ਦੇ ਲੋਕਾਂ ਨੂੰ ਵੇਖਣਾ ਹੈ, ਮਹਾਰਾਜ ਜੀ ਨੇ ਇੱਕ ਗੱਲ ਬੜੀ ਸਾਡੇ ਸਾਹਮਣੇ ਸਪਸ਼ਟ ਕਹੀ ਹੈ। ਇਹਨੂੰ ਇੰਪਲੀਮੈਂਟ ਕਰਨਾ ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਪਰ ਬੇਨਤੀ ਕਰ ਦੇਵਾਂ, ਜਦੋਂ ਤੱਕ ਇਹ ਨਹੀਂ ਕਰਾਂਗੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਰਾਬਰੀ ਵਾਲਾ ਅਹਿਸਾਸ ਕਦੀ ਹੋ ਹੀ ਨਹੀਂ ਪਾਉਂਦਾ।
ਕਿਉਂਕਿ ਹਰ ਇੱਕ ਬੰਦੇ ਦੇ ਅੰਦਰ ਇੱਕ ਚੰਗਿਆਈ ਹੈ ਤੇ ਉਹਦੇ ਨਾਲ ਕਿਤੇ ਨਾ ਕਿਤੇ ਉਹ ਜਿੱਦਾਂ ਥੋੜ੍ਹਾ ਬਹੁਤਾ ਲੱਛਣ, ਥੋੜ੍ਹਾ ਬਹੁਤਾ ਦਾਗ ਤੇ ਹੈ ਕਿਤੇ ਨਾ ਕਿਤੇ, ਕਿਉਂਕਿ ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਹਰ ਕਿਸੇ ਦੇ ਨਾਲ ਕੋਈ ਨਾ ਕੋਈ ਦੋਸ਼ ਆ ਜਾਂਦਾ ਹੈ, ਤੇ ਜੇ ਸਾਨੂੰ ਸਾਰੀਆਂ ਗੱਲਾਂ ਦੇ ਵਿੱਚੋਂ ਦੋਸ਼ ਹੀ ਨਜ਼ਰ ਆ ਰਿਹਾ ਹੈ, ਫਿਰ ਉਹਦੇ ਵਿੱਚੋਂ ਉਹ ਚੰਗਿਆਈ ਨਜ਼ਰ ਨਹੀਂ ਆਉਂਦੀ। ਫਿਰ ਉਹ ਅਸਲੀ ਗੱਲ ਵੀ ਸਾਨੂੰ ਭੁੱਲ ਜਾਂਦੀ ਹੈ ਵੀ ਹਾਂ, ਇਹ ਵਾਕਿਆ ਇੰਨਾ ਚੰਗਾ ਵੀ ਹੈ। ਸ੍ਰਿਸ਼ਟੀ ਦੇ ਵਿੱਚ ਇੱਕੋ ਗੱਲ ਹੈ, ਹਜ਼ੂਰ ਕਹਿੰਦੇ ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ। ਸਾਡਾ ਸੌਖਾ ਪਾਸਾ ਇਹ ਹੈ, ਮੈਂ ਬੇਨਤੀ ਕਰ ਦੇਵਾਂ, ਨਾ ਤੇ ਕਦੀ ਸ੍ਰਿਸ਼ਟੀ ਦੇ ਸਾਰੇ ਜੀਵ ਚੰਗੇ ਹੋਣੇ ਨੇ ਤੇ ਨਾ ਹੀ ਕਦੀ ਹੋਏ ਨੇ, ਤੇ ਨਾ ਹੀ ਕਦੀ ਬੁਰੇ ਹੋਣੇ ਨੇ ਸਾਰੇ, ਤੇ ਨਾ ਹੀ ਕਦੀ ਬੁਰੇ ਹੋਏ ਨੇ। ਇਹ ਸਮਾਂ ਨਾਲ ਹੀ ਚੱਲਦਾ ਰਹਿੰਦਾ। ਜੇ ਕੌਰਵ ਪੈਦਾ ਹੋਣਗੇ ਤੇ ਪਾਂਡਵ ਨਾਲ ਹੀ ਪੈਦਾ ਹੋ ਜਾਣਗੇ। ਜੇ ਔਰੰਗਜ਼ੇਬ ਪੈਦਾ ਹੋਵੇਗਾ ਤੇ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣੇ ਆਪ ਹੀ ਪੈਦਾ ਕਰ ਦੇਵੇਗਾ। ਇਹ ਦੋਵੇਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਸ੍ਰਿਸ਼ਟੀ ਦੇ ਵਿੱਚ। ਇਸ ਕਰਕੇ ਮਹਾਰਾਜ ਜੀ ਨੇ ਸ੍ਰਿਸ਼ਟੀ ਦੇ ਬਾਰੇ ਗੱਲ ਬੋਲੀ ਵੀ ਜਿਹੜੀ ਉਸ ਮਾਲਕ ਨੇ ਕਈ ਤਰੀਕਿਆਂ ਦੀ ਤੇ ਕਈ ਤਰੀਕਿਆਂ ਦੇ ਨਾਲ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਦੇ ਵਿੱਚ ਕਿੱਦਾਂ ਦੇ ਜੀਵ ਨੇ। ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ। ਕੋਟ ਦਾ ਮਤਲਬ ਹੈ ਕਰੋੜਾਂ ਹੀ, ਭਾਵ ਕਿ ਗਿਣਤੀ ਹੀ ਨਹੀਂ, ਕਰੋੜਾਂ ਹੀ ਲੋਕ ਇਸ ਦੁਨੀਆ ਦੇ ਵਿੱਚ ਪੁਜਾਰੀ ਨੇ, ਭਾਵ ਕਿ ਜਿਨ੍ਹਾਂ ਦਾ ਕੰਮ ਪੂਜਾ ਕਰਨਾ ਹੈ, ਥੋੜ੍ਹੇ ਨਹੀਂ ਨੇ। ਕਈ ਕੋਟ ਆਚਾਰ ਵਿਵਹਾਰੀ, ਜਿਹੜੇ ਧਾਰਮਿਕ ਰੀਤਾਂ ਨਿਭਾਉਂਦੇ ਨੇ। ਸਾਡੇ ਵਿੱਚ ਤੇ ਮੈਂ ਇਸ ਕਰਕੇ ਬੇਨਤੀ ਕਰ ਦਿੰਦਾ ਹੁੰਦਾ ਵੀ ਅਸੀਂ ਆਪ ਬਾਣੀ ਤੋਂ ਦੂਰ ਹੋਈ ਗਏ ਤੇ ਇੱਕ ਕੈਟਾਗਰੀ ਹੌਲੀ ਹੌਲੀ ਸਾਡੇ ਵਿੱਚ ਖੜੀ ਹੋ ਗਈ। ਸਾਡੇ ਵਿੱਚ ਮਾਲਕ ਨੇ ਕਿਰਪਾ ਕੀਤੀ ਆ ਵੀ ਕੋਈ ਵੀ ਧਾਰਮਿਕ ਰਸਮ ਨਿਭਾ ਸਕਦਾ ਹੈ, ਪਰ ਕੁਝ ਮਤ ਇੱਦਾਂ ਦੇ ਨੇ ਜਿਹਦੇ ਵਿੱਚ ਸਿਰਫ ਉਹ ਰਸਮ ਉਹਨਾਂ ਦੇ ਧਾਰਮਿਕ ਆਗੂ ਹੀ ਨਿਭਾ ਸਕਦੇ ਨੇ, ਸਾਰੇ ਬੰਦੇ ਨਹੀਂ ਨਿਭਾ ਸਕਦੇ। ਉਹਨਾਂ ਨੂੰ ਸਪੈਸ਼ਲ ਉਹਨੂੰ ਲਿਆਉਣਾ ਪੈਂਦਾ ਵੀ ਇਹਦੇ ਤੋਂ ਬਿਨਾਂ ਵਿਆਹ ਨਹੀਂ ਹੋ ਸਕਦਾ, ਇਹਦੇ ਤੋਂ ਬਿਨਾਂ ਕੋਈ ਹੋਰ ਕਾਰਜ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਕਿੰਨੇ ਨੇ ਇਹੋ ਜਿਹੇ ਲੋਕ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ। ਕਈ ਕੋਟ ਆਚਾਰ ਵਿਵਹਾਰੀ, ਕਿੰਨੇ ਉਹ ਲੋਕ ਨੇ, ਕਰੋੜਾਂ ਲੋਕ ਨੇ ਜਿਹੜੇ ਧਾਰਮਿਕ ਰਸਮਾਂ ਕਰਦੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ। ਕਈ ਕੋਟ ਭਏ ਤੀਰਥਵਾਸੀ, ਤੇ ਕਰੋੜਾਂ ਹੀ ਇਹੋ ਜਿਹੇ ਨੇ ਜਿਹੜੇ ਤੀਰਥਾਂ ਦੇ ਵਾਸੀ ਹੋ ਕੇ ਬੈਠੇ ਨੇ, ਭਾਵ ਕਿ ਤੀਰਥਾਂ ਦੇ ਅਸਥਾਨਾਂ ਦੇ ਉੱਤੇ ਰਹਿਣ ਵਾਲੇ ਨੇ। ਉਹਨਾਂ ਨੇ ਪੱਕੇ ਆਪਣੇ ਘਰ ਘਾਟ ਛੱਡੇ ਹੋਏ ਨੇ ਤੇ ਪੱਕੇ ਹੀ ਸਾਧੂ ਬਣ ਕੇ ਤੀਰਥ ਇਸ਼ਨਾਨੀ ਤੇ ਤੀਰਥਵਾਸੀ ਹੋ ਕੇ ਬੈਠ ਗਏ ਵੀ ਅਸਾਂ ਤੇ ਇੱਥੇ ਹੀ ਰਹਿਣਾ ਹੈ। ਕਈ ਕੋਟ ਬਨ ਭ੍ਰਮਹਿ ਉਦਾਸੀ, ਤੇ ਕਰੋੜਾਂ ਹੀ ਲੋਕ ਇਹੋ ਜਿਹੇ ਨੇ ਜਿਹੜੇ ਬਣ ਦੇ ਵਿੱਚ ਭਰਮਦੇ ਪਏ ਨੇ, ਜੰਗਲਾਂ ਦੇ ਵਿੱਚ ਭਟਕਦੇ ਪਏ ਨੇ ਉਦਾਸੀ ਹੋ ਕੇ। ਵੈਸੇ ਤੇ ਹੁਣ ਇੱਕ ਪਾਸਾ ਇਹ ਹੈ, ਇਹ ਨਹੀਂ ਵੀ ਅਜੇ ਲੋਕ ਸੰਨਿਆਸ ਨਹੀਂ ਲੈਂਦੇ, ਅਜੇ ਵੀ ਬੜੇ ਲੋਕ ਸੰਨਿਆਸ ਲੈ ਜਾਂਦੇ ਆ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਸਾਨੂੰ ਸ਼ਾਇਦ ਸਮਝ ਨਹੀਂ ਆਉਂਦੀਆਂ ਵੀ ਅਸੀਂ ਪੜ੍ਹਦੇ ਨਹੀਂ ਹਾਂ ਇਹਨਾਂ ਚੀਜ਼ਾਂ ਦੇ ਬਾਰੇ। ਬਹੁਤ ਲੋਕ ਹਿੰਦੁਸਤਾਨ ਦੇ ਵਿੱਚ, ਕਿਉਂਕਿ ਉਹਨਾਂ ਦੀ ਸਿੱਖਿਆ ਇੱਦਾਂ ਦੀ ਹੈ ਕਿ ਜਦੋਂ ਤੁਸੀਂ ਉਮਰ ਦੇ ਖਾਸ ਪੜਾਅ ਨੂੰ ਪਾਰ ਕਰ ਜਾਂਦੇ ਜੇ ਤੇ ਫਿਰ ਤੁਹਾਡੇ ਲਈ ਸੰਨਿਆਸ ਲੈਣਾ ਜ਼ਰੂਰੀ ਹੈ। ਉਹ ਫਿਰ ਸੰਨਿਆਸੀ ਬਣਦੇ ਨੇ ਲੋਕ। ਹੁਣ ਅੱਜ ਕੱਲ੍ਹ ਦੀ ਬੋਲੀ ਦੇ ਵਿੱਚ ਲੋਕ ਸੰਨਿਆਸੀ ਤੇ ਨਹੀਂ ਹੁੰਦੇ, ਪਰ ਉਹਨੂੰ ਇੱਦਾਂ ਕਹਿ ਦਿੱਤਾ ਜਾਂਦਾ ਵੀ ਉਹ ਸਟ੍ਰੈਸ ਲੀਵ 'ਤੇ ਚੱਲ ਜਾਂਦੇ ਨੇ ਵੀ ਮੈਂ ਹੋਰ ਬਰਡਨ ਨਹੀਂ ਬਰਦਾਸ਼ਤ ਕਰ ਸਕਦਾ, ਇਸ ਕਰਕੇ ਮੈਨੂੰ ਕੁਝ ਦਿਨ ਦੀ ਲੀਵ ਚਾਹੀਦੀ ਹੈ। ਫਿਰ ਉਹ ਫਰੈਸ਼ ਹੋ ਕੇ ਤੇ ਦੁਬਾਰਾ ਇਸ ਪਾਸੇ ਆਉਂਦੇ ਨੇ, ਪਰ ਸੰਨਿਆਸੀ ਦੁਬਾਰਾ ਨਹੀਂ ਆਉਂਦੇ। ਕਰੋੜਾਂ ਲੋਕ, ਅਜੇ ਵੀ ਬੜੇ ਲੋਕ ਜਿਹੜੇ ਨੇ ਸਾਰਾ ਕੁਝ ਛੱਡ ਕੇ ਤੇ ਸੰਨਿਆਸੀ ਬਣਨ ਦੇ ਲਈ ਤੁਰ ਪਏ। ਕਈ ਕੋਟ ਬਨ ਭ੍ਰਮਹਿ ਉਦਾਸੀ, ਉਦਾਸੀ ਹੋ ਕੇ ਤੇ ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਨੇ। ਕਈ ਕੋਟ ਵੇਦ ਕੇ ਸਰੋਤੇ, ਕਰੋੜਾਂ ਹੀ ਲੋਕ ਨੇ ਜਿਹੜੇ ਵੇਦਾਂ ਦੇ ਸਰੋਤੇ ਨੇ। ਸਰੋਤੇ ਦਾ ਮਤਲਬ ਸੁਣਨ ਵਾਲੇ। ਇੱਥੇ ਮਹਾਰਾਜ ਨੇ ਇਹ ਨਹੀਂ ਗੱਲ ਕਹੀ ਵੀ ਕੌਣ ਚੰਗਾ ਹੈ ਤੇ ਕੌਣ ਬੁਰਾ ਹੈ, ਇੱਥੇ ਇਹ ਗੱਲ ਨਹੀਂ ਚੱਲਦੀ ਪਈ। ਇੱਥੇ ਬਸ ਇਹ ਹੈ ਵੀ ਜੋ ਕੁਝ ਹੈ ਉਹ ਹੈ ਕਿਵੇਂ ਦਾ ਹੈ। ਦੁਕਾਨ ਦੇ ਵਿੱਚ ਆਪਾਂ ਕੋਈ ਚੀਜ਼ ਲੈਣ ਜਾ ਰਹੇ ਹਾਂ, ਅਸੀਂ ਉਦੋਂ ਵੇਖਾਂਗੇ ਵੀ ਕਿਹੜੀ ਚੀਜ਼ ਸਾਡੇ ਲਈ ਫਾਇਦੇ ਵਾਲੀ ਹੈ ਤੇ ਕਿਹੜੀ ਚੀਜ਼ ਫਾਇਦੇ ਵਾਲੀ ਨਹੀਂ ਹੈ। ਅਸੀਂ ਸਿਰਫ ਜਦੋਂ ਦੁਕਾਨ ਵੇਖਦੇ ਪਏ ਹਾਂ ਤੇ ਫਿਰ ਦੁਕਾਨ 'ਤੇ ਹਰ ਇੱਕ ਚੀਜ਼ ਨਜ਼ਰ ਆ ਰਹੀ ਹੈ। ਇਸ ਕਰਕੇ ਮਹਾਰਾਜ ਨੇ ਸ੍ਰਿਸ਼ਟੀ ਦੇ ਵਿੱਚ ਜੋ ਹੋ ਰਿਹਾ ਹੈ ਉਹਨਾਂ ਸਾਰਿਆਂ ਦੀ ਗੱਲ ਕੀਤੀ। ਕਈ ਕੋਟ ਵੇਦ ਕੇ ਸਰੋਤੇ, ਕਰੋੜਾਂ ਹੀ ਉਹ ਨੇ ਜਿਹੜੇ ਵੇਦ ਆਦਿਕ ਧਾਰਮਿਕ ਗ੍ਰੰਥਾਂ ਨੂੰ ਕੰਨਾਂ ਦੇ ਨਾਲ ਸੁਣਨ ਵਾਲੇ ਨੇ, ਸਰੋਤੇ ਨੇ ਜਿਹੜੇ ਇਹਨਾਂ ਦੇ। ਕਈ ਕੋਟ ਤਪੀਸੁਰ ਹੋਤੇ, ਤਪੀ ਤੇ ਈਸ਼ਰ ਇਹ ਦੋ ਲਫ਼ਜ਼ ਨੇ। ਤਪੀਆਂ ਦੇ ਵਿੱਚੋਂ ਵੀ ਸਭ ਤੋਂ ਉੱਤਮ ਤਪੀ, ਬੜੇ ਤਪ ਕਰਨ ਵਾਲੇ। ਸਾਡੇ ਲਈ ਤੇ ਅਸੀਂ ਇੱਦਾਂ ਕਹਿੰਦੇ ਹੁੰਦੇ ਆ ਨਾ ਵੀ ਗੁਰੂ ਦੀ ਸੇਵਾ ਹੀ ਸਭ ਤੋਂ ਵੱਡਾ ਤਪ ਹੈ, ਪਰ ਉਹ ਵੇਖੋ 12-12 ਘੰਟੇ 14-14 ਘੰਟੇ ਸਮਾਧੀ ਲਗਾ ਕੇ ਬੈਠਣ ਵਾਲੇ।
ਬੜੇ ਬੜੇ ਵੱਡੇ ਤਪਸਵੀ ਹਿੰਦੁਸਤਾਨ ਦੇ ਵਿੱਚ ਅਜੇ ਵੀ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਉਹਨਾਂ ਦੀਆਂ ਗੱਲਾਂ ਵੀ ਸਾਹਮਣੇ ਆ ਜਾਂਦੀਆਂ। ਸਤਿਗੁਰੂ ਕਹਿੰਦੇ ਕਰੋੜਾਂ ਹੀ ਨੇ ਇੱਦਾਂ ਦੇ, ਇੱਕ ਦੋ ਨਹੀਂ ਨੇ ਵੀ ਗਿਣਤੀ ਹੋ ਗਈ। ਕਈ ਕੋਟ ਆਤਮ ਧਿਆਨ ਧਾਰੇ ਤੇ ਕਰੋੜਾਂ ਹੀ ਉਹ ਨੇ ਜਿਹੜੇ ਆਪਣੇ ਅੰਦਰ ਆਤਮ ਦਾ ਧਿਆਨ ਧਰਦੇ ਨੇ। ਆਪ ਜੀ ਸ਼ਾਇਦ ਇਸ ਗੱਲ ਨੂੰ ਜਾਣਦੇ ਹੋਵੋਗੇ, ਧਿਆਨ ਦੀ ਬਿਰਤੀ ਤੇ ਧਿਆਨ ਦੇ ਸਾਧਨ ਇੰਨੇ ਜ਼ਿਆਦਾ ਪ੍ਰਚਲਿਤ ਨੇ। ਕੋਈ ਕਹਿੰਦਾ ਹੈ ਕਿਸੇ ਚੀਜ਼ ਦੇ ਉੱਤੇ ਧਿਆਨ ਲਗਾਓ, ਤੁਹਾਡਾ ਧਿਆਨ ਟਿਕ ਜਾਵੇ। ਪ੍ਰੋਬਲਮ ਤਾਂ ਇਹੋ ਹੀ ਆਉਂਦੀ ਹੈ ਨਾ ਜੀ, ਪਾਠ ਕਰਦਿਆਂ ਸਾਡਾ ਧਿਆਨ ਨਹੀਂ ਲੱਗਦਾ, ਤੇ ਫਿਰ ਧਿਆਨ ਦੀਆਂ ਵਿਧੀਆਂ ਪੜ੍ਹ ਕੇ ਵੇਖ ਲੈਣਾ ਜਾਂ ਸੁਣ ਕੇ ਵੇਖ ਲੈਣਾ। ਕੋਈ ਕਹਿ ਰਿਹਾ ਹੈ ਕਿਸੇ ਲਾਈਟ ਦੇ ਵੱਲ ਵੇਖੀ ਜਾਓ, ਤੁਹਾਡਾ ਫਿਰ ਧਿਆਨ ਲੱਗੇਗਾ। ਕੋਈ ਕਹਿ ਰਿਹਾ ਹੈ ਤੁਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਉਹ ਸੁਣੀ ਜਾਓ, ਤੁਹਾਡਾ ਧਿਆਨ ਲੱਗ ਜਾਵੇਗਾ। ਵਿਧੀਆਂ ਕਈ ਨੇ, ਬਹੁਤ ਜ਼ਿਆਦਾ ਬੋਲੀਆਂ ਵੀ ਜਾਂਦੀਆਂ ਨੇ, ਲੋਕ ਵਿਚਾਰੇ ਫੋਲੋ ਵੀ ਕਰ ਲੈਂਦੇ ਨੇ। ਤੇ ਇੱਕ ਧਿਆਨ ਦੀ ਵਿਧੀ ਹੈ ਵੀ ਕਿਤੇ ਬਾਹਰ ਨਹੀਂ ਸੁਰਤ ਜਾਣ ਦੇਣੀ, ਆਪਣੇ ਅੰਦਰ ਦੇ ਵੱਲ ਹੀ ਸੋਚੀ ਜਾਓ, ਆਪਣੇ ਆਪ ਦੇ ਬਾਰੇ ਸੋਚੀ ਜਾਓ, ਆਤਮ ਧਿਆਨ ਧਾਰਨਾ। ਸਤਿਗੁਰੂ ਕਹਿੰਦੇ ਕਰੋੜਾਂ ਹੀ ਤਪਸਵੀ ਇੱਦਾਂ ਦੇ ਨੇ ਜਿਹੜੇ ਆਪਣੇ ਆਪ ਦਾ ਹੀ ਧਿਆਨ ਧਾਰੀ ਜਾਂਦੇ। ਫਿਰ ਕੀ ਹੈ, ਕਈ ਕੋਟ ਕਬ ਕਾਬ ਵਿਚਾਰੈ, ਤੇ ਕਰੋੜਾਂ ਹੀ ਲੋਕ ਇੱਦਾਂ ਦੇ ਨੇ ਜਿਹੜੇ ਕਵੀਆਂ ਦੁਆਰਾ ਉਚਾਰੀਆਂ ਹੋਈਆਂ ਕਵਿਤਾਵਾਂ ਨੂੰ ਉਚਾਰਦੇ ਨੇ। ਭਾਵ ਕਿ ਕਵੀ ਨੇ ਲਿਖ ਦਿੱਤੀਆਂ ਤੇ ਉਹਨਾਂ ਕਵਿਤਾ ਨੂੰ ਪੜ੍ਹਦੇ ਰਹਿੰਦੇ ਨੇ। ਇਹ ਵੀ ਇੱਕ ਇੰਟਰਸਟ ਹੈ, ਪੜ੍ਹਿਆਂ ਲੋਕਾਂ ਨੂੰ ਹੁੰਦਾ ਕਵਿਤਾ ਪੜ੍ਹਨ ਦਾ, ਕਵਿਤਾ ਸੁਣਨ ਦਾ। ਸਤਿਗੁਰੂ ਕਹਿੰਦੇ ਕਰੋੜਾਂ ਹੀ ਲੋਕ ਨੇ ਜਿਹੜੇ ਪੋਇਟਰੀ ਦੇ ਸ਼ੌਕੀਨ ਨੇ, ਉਹਨਾਂ ਨੂੰ ਕਵੀਆਂ ਦੀਆਂ ਕਵਿਤਾਵਾਂ ਪੜ੍ਹਨੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ। ਕਈ ਕੋਟ ਨਵਤਨ ਨਾਮ ਧਿਆਵੇਂ। ਨਵਤਨ ਦਾ ਮਤਲਬ ਹੁੰਦਾ ਹੈ ਨਵਾਂ। ਜਿੱਦਾਂ ਕਿਸੇ ਵੇਲੇ ਨਾ ਹਰ ਇੱਕ ਫਿਰਕਾ ਨਵਾਂ ਜਦੋਂ ਸ਼ੁਰੂ ਹੋ ਰਿਹਾ ਹੈ ਤਾਂ ਵੇਖੋ ਵੀ ਅਕਸਰ ਰੱਬ ਦਾ ਨਾਮ ਬਦਲ ਦਿੱਤਾ ਜਾਂਦਾ। ਜੋ ਇੱਕ ਨੇ ਰੱਬ ਦਾ ਨਾਮ ਲਿਆ ਹੈ, ਦੂਸਰੇ ਦਾ ਉਹਦੇ ਤੋਂ ਨਾਮ ਚੇਂਜ ਹੋ ਗਿਆ। ਤੇ ਇੱਕ ਤੇ ਇਹ ਗੱਲ ਹੈ, ਕਈ ਇੱਦਾਂ ਦੇ ਵੀ ਹੁੰਦੇ ਨੇ ਜਿਹੜੇ ਰੱਬ ਦੇ ਕਈ ਨਾਮਾਂ ਨੂੰ ਜਪਦੇ ਨੇ। ਜਿੱਦਾਂ ਸਾਡੇ ਵਿੱਚ ਤੇ ਬੜਾ ਸੌਖਾ ਜਨ ਵੀ ਚਲੋ ਵਾਹਿਗੁਰੂ ਕਹਿ ਦਿੱਤਾ ਤੇ ਗੱਲ ਖਤਮ ਹੋ ਗਈ, ਵੀ ਬਹੁਤੇ ਨਾਮ ਰੱਖੇ ਹੀ ਨਹੀਂ, ਤੇ ਮਾਲਕ ਨੇ ਰੋਕਿਆ ਵੀ ਨਹੀਂ। ਕੋਈ ਪ੍ਰਭ ਕਹਿ ਲਵੇ, ਭਗਵਾਨ ਕਹਿ ਲਵੇ, ਉਹਦੀ ਇੱਛਾ ਹੈ। ਪਰ ਬਹੁਤਾਤ ਦੇ ਵਿੱਚ ਸਾਡੇ ਫਲਸਫੇ ਦੇ ਵਿੱਚ ਵਾਹਿਗੁਰੂ ਲਫ਼ਜ਼ ਆਇਆ, ਇਸ ਕਰਕੇ ਇਹ ਵਰਤਿਆ ਜਾਂਦਾ ਹੈ। ਤੇ ਉੱਥੇ ਵੇਖੋ ਕਿਸੇ ਵੇਲੇ ਮਾਲਾ ਫੇਰਨ ਵਾਲੇ, ਹਰ ਮਾਲਾ ਦਾ ਜਿਹੜਾ ਮਣਕਾ ਹੈ, ਮੋਤੀ ਹੈ, ਜਦੋਂ ਉਹਨੂੰ ਅਗਲੇ ਪਾਸੇ ਲੈ ਕੇ ਜਾਂਦੇ ਨੇ ਤੇ ਉਹਦੀ ਗਿਣਤੀ ਕਰ ਲੈਂਦੇ ਨੇ। ਹਰ ਗਿਣਤੀ ਦੇ ਉੱਤੇ ਇੱਕ ਨਵਾਂ ਨਾਂ ਉਹਨਾਂ ਨੇ ਰੱਬ ਦਾ ਰੱਖਿਆ ਹੁੰਦਾ ਵੀ ਇਸ ਮਣਕੇ ਦੇ ਉੱਤੇ, ਇਸ ਮੋਤੀ ਦੇ ਉੱਤੇ ਆਹ ਨਾਮ ਕਹਿਣਾ ਹੈ, ਅਗਲੇ ਮਣਕੇ ਦੇ ਉੱਤੇ, ਅਗਲੇ ਮੋਤੀ ਦੇ ਉੱਤੇ ਆਹ ਨਾਮ ਕਹਿਣਾ ਹੈ। ਹਰ ਵਾਰ ਨਵਾਂ ਨਾਮ। ਸਤਿਗੁਰੂ ਕਹਿੰਦੇ ਕਰੋੜਾਂ ਹੀ ਇੱਦਾਂ ਦੇ ਵੀ ਨੇ ਜਿਹੜੇ ਹਰ ਵੇਲੇ ਨਵਾਂ ਨਾਮ ਰੱਬ ਦਾ ਜਪਦੇ ਨੇ। ਫਿਰ ਕੀ ਹੈ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਭਾਵੇਂ ਕਰੋੜਾਂ ਪੁਜਾਰੀ ਨੇ, ਕਰੋੜਾਂ ਤਪਸਵੀ ਨੇ, ਕਰੋੜਾਂ ਹੀ ਜਿਹੜੇ ਨੇ ਨਾਮ ਜਪਣ ਵਾਲੇ ਨੇ, ਨਾਨਕ ਕਰਤੇ ਕਾ ਅੰਤ ਨਾ ਪਾਵੇਂ। ਰੱਬ ਦਾ ਅੰਤ ਫੇਰ ਨਹੀਂ ਪਾ ਸਕਦੇ। ਸ੍ਰਿਸ਼ਟੀ ਦੇ ਵਿੱਚ ਬੇਅੰਤ ਲੋਕ ਇੱਦਾਂ ਦੇ ਨੇ, ਰੱਬ ਦਾ ਅੰਤ ਫੇਰ ਨਹੀਂ ਪਾ ਸਕਦੇ। ਨਾਨਕ ਕਰਤੇ ਕਾ ਅੰਤ ਨਾ ਪਾਵੇਂ। ਕਈ ਕੋਟ ਭਏ ਅਭਿਮਾਨੀ। ਇਹ ਥੋੜ੍ਹੀ ਜਿਹੀ ਇੱਦਾਂ ਕਹਿ ਲਈਏ ਵੀ ਇਹ ਤਾਮਸਿਕ ਬਿਰਤੀ ਆ ਗਈ। ਤਮਾਂ ਦੇ ਵਿੱਚ ਰਹਿਣ ਵਾਲੇ, ਹਨੇਰੇ ਦੇ ਵਿੱਚ ਰਹਿਣ ਵਾਲੇ ਲੋਕ ਸੁਸਾਇਟੀ ਦੇ ਵਿੱਚ ਜਾਂ ਦੇਸ਼ ਦੇ ਵਿੱਚ ਉਹਨਾਂ ਲੋਕਾਂ ਨੂੰ ਥੋੜ੍ਹਾ ਜਿਹੀ ਰਿਸਪੈਕਟ ਦਿੱਤੀ ਜਾਂਦੀ ਹੈ ਵੀ ਇਹ ਬੰਦੇ ਪਾਠ ਕਰਨ ਵਾਲੇ ਨੇ, ਪੂਜਾ ਕਰਨ ਵਾਲੇ ਨੇ, ਥੋੜ੍ਹਾ ਜਿਹਾ ਮਾਣ ਮਿਲ ਜਾਂਦਾ। ਪਰ ਸੁਸਾਇਟੀ ਦੇ ਵਿੱਚ ਬੰਦੇ ਹੰਕਾਰੀ ਹੋਣ, ਲੋਭੀ ਹੋਣ, ਉਹਨਾਂ ਨੂੰ ਬਹੁਤਾ ਮਾਣ ਨਹੀਂ ਮਿਲਦਾ। ਇਸ ਕਰਕੇ ਹੁਣ ਇਹ ਦੂਜਿਆਂ ਦੀ ਗੱਲ ਆ ਗਈ ਵੀ ਜੇ ਚੰਗੇ ਘੱਟ ਨਹੀਂ ਨੇ ਨਾ, ਤੇ ਬੁਰਿਆਂ ਦੀ ਗਿਣਤੀ ਦਾ ਵੀ ਘਾਟਾ ਨਹੀਂ। ਕਈ ਕੋਟ ਭਏ ਅਭਿਮਾਨੀ। ਕਰੋੜਾਂ ਹੀ ਲੋਕ ਨੇ ਜਿਹੜੇ ਹੰਕਾਰੀ ਹੋਏ ਫਿਰਦੇ ਨੇ। ਆਪ ਜੀ ਨੇ ਇੱਕ ਨਾਮ ਸੁਣਿਆ ਹੋਵੇਗਾ, ਬੀਰਬਲ। ਸਾਡੇ ਦੇਸ਼ ਦੇ ਲੋਕਾਂ ਨੇ ਐਵੇਂ ਹੀ ਇਹਨੂੰ ਇੰਨਾ ਉੱਤੇ ਚੜ੍ਹਾ ਦਿੱਤਾ। ਜਿਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵੇਲਾ ਸੀ, ਇਹ ਉਸ ਵੇਲੇ ਹੋਇਆ ਸੀ, ਔਰ ਅਕਬਰ ਨੂੰ ਇਹ ਦਹੇਜ ਦੇ ਵਿੱਚ ਮਿਲਿਆ ਸੀ। ਮਹੇਸ਼ ਦਾਸ ਭੱਟ ਇਹਦਾ ਨਾਮ ਸੀ। ਇਹ ਦਹੇਜ ਦੇ ਵਿੱਚ ਗਿਆ ਸੀ ਅਕਬਰ ਦੇ ਕੋਲ, ਤੇ ਥੋੜ੍ਹਾ ਜਿਹਾ ਦਿਮਾਗ ਹੈ ਸੀ ਇਸ ਪਾਸੇ ਤੋਂ, ਤੇ ਪ੍ਰਚਲਿਤ ਹੋ ਗਿਆ। ਬਾਕੀ ਇਹਨੂੰ ਪ੍ਰਮੋਟ ਵੀ ਜ਼ਿਆਦਾ ਕਰ ਦਿੱਤਾ ਗਿਆ। ਹੈਰਾਨੀ ਹੋ ਜਾਂਦੀ ਹੈ, ਲਗਭਗ ਅੱਧੀ ਸਦੀ ਹਿੰਦੁਸਤਾਨ ਦੇ ਉੱਤੇ ਅਕਬਰ ਨੇ ਰਾਜ ਕੀਤਾ, ਤੇ ਉਹਨੂੰ ਕਮਲਾ ਜਿਹਾ ਦੱਸ ਦਿੱਤਾ ਜਾਂਦਾ, ਤੇ ਇਹਨੂੰ ਵੱਡਾ ਸਲਾਹਕਾਰ ਦੱਸ ਦਿੱਤਾ ਜਾਂਦਾ ਵੀ ਜਿਹਨੇ ਰਾਜ ਕੀਤਾ ਉਹ ਬੱਚਾ ਥੋੜ੍ਹਾ ਹੋਵੇਗਾ। ਪਰ ਇਹਨੂੰ ਗੱਲ ਪ੍ਰਮੋਟ ਕਰਨੀ ਹੁੰਦੀ ਵੀ ਕਿਹਨੂੰ ਪ੍ਰਮੋਟ ਕੀਤਾ ਜਾਂਦਾ। ਹੁਣ ਮਹੇਸ਼ ਦਾਸ ਭੱਟ, ਇਹ ਜਿਹੜਾ ਬੀਰਬਲ ਸੀ, ਇਹ ਗੁਰੂ ਅਰਜਨ ਸਾਹਿਬ ਮਹਾਰਾਜ, ਇਹਨੇ ਪਠਾਣਾਂ ਦੀ ਮੁਹਿੰਮ ਦਬਾਉਣ ਦੇ ਲਈ ਭੇਜਿਆ ਇਹਨੂੰ। ਤੇ ਇਹ ਰਸਤੇ ਦੇ ਵਿੱਚੋਂ ਪਰਮਿਸ਼ਨ ਲੈ ਕੇ ਗਿਆ ਸੀ ਵੀ ਮੈਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਟੈਕਸ ਲੈ ਕੇ ਜਾਵਾਂਗਾ। ਤੇ ਹੋਇਆ ਕੀ, ਇਹ ਰਸਤੇ ਦੇ ਵਿੱਚ ਜਦੋਂ ਟੈਕਸ ਮੰਗਣ ਲੱਗਾ ਤੇ ਸੰਗਤ ਨੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਕਹਿ ਕੇ ਭੇਜ ਦਿੱਤਾ ਵੀ ਭਾਈ ਟੈਕਸ ਉਹਨਾਂ ਦੇ ਕੋਲੋਂ ਲਿਆ ਜਾਂਦਾ ਹੈ ਜਿਨ੍ਹਾਂ ਦਾ ਧਰਮ ਦੂਸਰਾ ਹੈ, ਸਾਡਾ ਇਹੋ ਜਿਹਾ ਧਰਮ ਹੀ ਨਹੀਂ, ਇਸ ਕਰਕੇ ਅਸੀਂ ਟੈਕਸ ਤੋਂ ਪਰੇ ਹਾਂ।
ਤੇ ਇਹ ਕਹਿੰਦਾ ਸੀ ਕੋਈ ਨਹੀਂ, ਮੈਂ ਵਾਪਸ ਆ ਕੇ ਟੈਕਸ ਲਵਾਂਗਾ ਜਦੋਂ ਵਾਪਸ ਮੁੜਾਂਗਾ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਭਾਵਕ ਕਿਹਾ ਸੀ ਵੀ ਜਦੋਂ ਵਾਪਸ ਮੁੜੇਗਾ ਫਿਰ ਉਦੋਂ ਵੇਖ ਵੀ ਲਵਾਂਗੇ। ਤੇ ਇਹ ਉੱਥੇ ਹੀ ਮਾਰਿਆ ਗਿਆ ਸੀ। ਹੰਕਾਰ ਦੇ ਨਾਲ ਗਿਆ ਸੀ ਵੀ ਮੈਂ ਗੁਰੂ ਅਰਜਨ ਸਾਹਿਬ ਦੇ ਕੋਲੋਂ ਟੈਕਸ ਇਕੱਠਾ ਕਰਨਾ ਹੈ। ਇਹ ਉਹ ਬੰਦਾ ਹੈ। ਸਾਡੇ ਵੀ ਐਵੇਂ ਕਹਾਣੀਆਂ ਸੁਣਾਈ ਜਾਂਦੇ ਨੇ, ਇਹਦੀਆਂ ਸਮਝ ਹੋਣੀ ਚਾਹੀਦੀ ਹੈ ਇਹਨਾਂ ਦੇ ਬਾਰੇ। ਮਰਦ ਕਹਿੰਦੇ ਕਰੋੜਾਂ ਹੀ ਇੱਦਾਂ ਦੇ ਅਭਿਮਾਨੀ, ਬੋਲਣ ਲੱਗਿਆਂ ਵੇਖਦੇ ਹੀ ਨਹੀਂ ਵੀ ਮੈਂ ਹਾਂ ਤੇ ਮੈਂ ਹੀ ਹਾਂ, ਅਗਲੇ ਪਲ 'ਚ ਹੀ ਮੈਂ ਖਤਮ ਹੋ ਜਾਂਦੀ ਹੈ, ਹਵਾ ਹੀ ਨਿਕਲ ਜਾਂਦੀ ਹੈ। ਕਈ ਕੋਟ ਅੰਧ ਅਗਿਆਨੀ, ਤੇ ਕਈ ਇੱਦਾਂ ਦੇ ਨੇ ਕਰੋੜਾਂ ਹੀ। ਇੱਕ ਤਾਂ ਹੁੰਦੇ ਨਾ ਵੀ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਹੁੰਦੀ ਹੈ, ਤੇ ਇੱਕ ਹੁੰਦੇ ਨੇ ਬਿਲਕੁਲ ਹੀ ਹਨੇਰੇ 'ਚ ਡਿੱਗੇ ਹੋਏ ਲੋਕ, ਅੰਧ ਅਗਿਆਨੀ, ਬਿਲਕੁਲ ਅਗਿਆਨਤਾ ਦੇ ਖੂਹ ਦੇ ਵਿੱਚ ਡਿੱਗੇ ਹੋਏ ਵੀ ਕੁਝ ਵੀ ਨਹੀਂ ਪਤਾ। ਗੁਰੂ ਸਾਹਿਬ ਕਹਿੰਦੇ ਕਰੋੜਾਂ ਹੀ ਇੱਦਾਂ ਦੇ ਨੇ। ਉਹਦੇ ਲਈ ਲਫ਼ਜ਼ ਕਈ ਵਰਤੇ ਜਾਂਦੇ ਨੇ, ਤੁਸੀਂ ਖੁਦ ਸਮਝ ਲੈਣਾ। ਕਈ ਕੋਟ ਕਿਰਪਨ ਕਠੋਰ, ਕਰੋੜਾਂ ਹੀ ਲੋਕ ਇੱਦਾਂ ਦੇ ਨੇ ਜਿਹੜੇ ਕੰਜੂਸ ਨੇ। ਕੰਜੂਸ ਵੀ ਬੜੀਆਂ ਕਿਸਮਾਂ ਦੇ ਤੇ ਬੜੀਆਂ ਗਿਣਤੀਆਂ ਦੇ ਕੰਜੂਸ ਲੋਕ। ਮੈਂ ਇੱਕ ਅਕਸਰ ਗੱਲ ਕਰਦਾ ਹੁੰਦਾ, ਸਾਡੇ ਚੈਪਟਰ ਹੁੰਦਾ ਸੀ ਉਹਦੇ ਵਿੱਚ, ਉਹ ਕਹਿੰਦੇ ਵੀ ਇੱਕ ਕੰਜੂਸ ਨੇ ਨਾ ਗੱਡੀ ਦਾ ਕਿਰਾਇਆ ਨਹੀਂ ਸੀ ਦਿੱਤਾ, ਵੀ ਜੇ ਮੈਂ ਕਿਰਾਇਆ ਦਿੱਤਾ ਤਾਂ ਮੇਰੇ ਕੁਝ ਡਾਲਰ ਖਤਮ ਹੋ ਜਾਣੇ ਨੇ, ਤੇ ਬਾਰਿਸ਼ ਦੇ ਨਾਲ ਨਮੂਨੀਆ ਕਰਵਾ ਕੇ ਤੇ ਮਰ ਗਿਆ। ਇੱਦਾਂ ਦੇ ਕੰਜੂਸ। ਮਹਾਰਾਜ ਕਹਿੰਦੇ ਕਿਤੇ ਗਿਣਤੀ ਘੱਟ ਹੈ ਕਿਤੇ ਇਹਨਾਂ ਦੀ। ਤੇ ਫਿਰ ਕੰਜੂਸਾਂ ਦੀ ਗਿਣਤੀ ਘੱਟ ਨਹੀਂ ਤੇ ਕਠੋਰ ਦਿਲ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ। ਕਈ ਕਿਸੇ ਦੀ ਗੱਲ ਸੁਣ ਕੇ ਰੋਣ ਲੱਗ ਪੈਂਦੇ ਨੇ, ਕਈਆਂ ਦੇ ਨਾਲ ਹੁੰਦਾ ਰਵੇ ਫਰਕ ਹੀ ਨਹੀਂ ਪੈਂਦਾ, ਬਿਲਕੁਲ ਪੱਥਰ ਦਿਲ। ਕਰੋੜਾਂ ਹੀ ਲੋਕ ਸਤਿਗੁਰੂ ਕਹਿੰਦੇ ਕਠੋਰ ਵੀ ਨੇ, ਕਠੋਰ ਦਿਲ ਵਾਲੇ ਨੇ। ਕਈ ਕੋਟ ਅਭਿੱਗ ਆਤਮ ਨਿਕੋਰ, ਅਭਿੱਗ ਭਿੱਜ ਜਾਣਾ। ਅਭਿੱਗ ਦਾ ਮਤਲਬ ਹੋ ਗਿਆ ਜਿਹੜੇ ਭਿੱਜਦੇ ਹੀ ਨਹੀਂ, ਜਿਨ੍ਹਾਂ ਨੂੰ ਕਿਸੇ ਉੱਤੇ ਤਰਸ ਹੀ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਕਰੋੜਾਂ ਹੀ ਇੱਦਾਂ ਦੇ ਨੇ ਬੇਤਰਸੀ ਦੀ ਜ਼ਿੰਦਗੀ ਜੀਂਦੇ ਨੇ। ਮੈਂ ਵੇਖਦਾ ਹੁੰਦਾ ਹਾਂ, ਤੁਸੀਂ ਵੀ ਇਸ ਗੱਲ ਦੇ ਨਾਲ ਸ਼ਾਇਦ ਜਾਣਕਾਰ ਹੋਵੋਗੇ। ਕਿਸੇ ਦੇ ਨਾਲ ਕੁਝ ਹੋ ਗਿਆ ਤੇ ਬੰਦਾ ਅੱਖਾਂ ਮੀਟ ਲੈਂਦਾ ਵੀ ਮੇਰੇ ਕੋਲੋਂ ਵੇਖਿਆ ਹੀ ਨਹੀਂ ਗਿਆ। ਤੇ ਜਿਹੜੇ ਕਰਦੇ ਪਏ ਨੇ, ਕਿਆ ਕਮਾਲ ਦੀ ਬੇਤਰਸੀ ਹੈ ਉਹਨਾਂ ਦੇ ਅੰਦਰ, ਸੋਚ ਹੀ ਨਹੀਂ ਆਉਂਦੀ ਵੀ ਕੀ ਹੋ ਰਿਹਾ ਜ਼ਿੰਦਗੀ ਦੇ ਵਿੱਚ। ਅਭਿੱਗ ਆਤਮ ਨਿਕੋਰ, ਬਿਲਕੁਲ ਕੋਰੇ ਆਤਮਿਕ ਜੀਵਨ ਦੇ ਵੱਲੋਂ, ਵੀ ਅੰਦਰ ਵੀ ਕੋਈ ਚੀਜ਼ ਹੈ, ਫੀਲਿੰਗ ਵੀ ਕੁਝ ਚੀਜ਼ਾਂ ਹੁੰਦੀਆਂ ਨੇ, ਇਹਦੇ ਬਾਰੇ ਪਤਾ ਹੀ ਨਹੀਂ ਜ਼ਿੰਦਗੀ ਦੇ ਵਿੱਚ। ਔਰ ਮੈਂ ਇਹ ਕਹਿ ਕੇ ਤੇ ਅਗਲੀ ਵਿਆਖਿਆ ਕਰਾਂਗਾ, ਜਿਸ ਬੰਦੇ ਨੂੰ ਆਪਣੇ ਅੰਦਰ ਜਿਹੜੇ ਕੋਮਲ ਹੁਨਰ ਨੇ, ਆਪਣੇ ਅੰਦਰ ਦੇ ਜੀਵਨ ਦੇ ਬਾਰੇ ਬਹੁਤੀ ਸਮਝ ਨਹੀਂ ਹੈ, ਉਹਦੇ ਲਈ ਕੀਰਤਨ, ਉਹਦੇ ਲਈ ਚਿੱਤਰਕਾਰੀ, ਇਹ ਜਿਹੜੀਆਂ ਚੀਜ਼ਾਂ ਨੇ ਨਾ ਬਹੁਤੀਆਂ ਮਾਇਨੇ ਨਹੀਂ ਰੱਖਦੀਆਂ। ਉਹਨੂੰ ਕੀਰਤਨ ਵੀ ਇੰਝ ਲੱਗੇਗਾ ਵੀ ਇਹ ਬਸ ਐਵੇਂ ਤਬਲਾ ਵਜਾ ਰਹੇ ਨੇ ਤੇ ਬਸ ਸਿਰ ਖਾਣ ਵਾਲਾ ਹੋ ਗਿਆ, ਉਹਨੂੰ ਰਸ ਨਹੀਂ ਆਵੇਗਾ। ਇਸ ਕਰਕੇ ਜਿਹੜੇ ਅੰਦਰ ਕੋਮਲ ਹੁਨਰ ਹੁੰਦੇ ਨੇ ਨਾ, ਉਹਨਾਂ ਦੀ ਕਦਰ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੈ। ਇੱਕ ਨਾ ਇੱਕ ਦਾ ਆਰਟ ਵਾਹਿਗੁਰੂ ਨੇ ਸਾਰਿਆਂ ਦੇ ਅੰਦਰ ਪਾਇਆ ਹੁੰਦਾ ਹੈ, ਇਹ ਬਸ ਉਹਨੂੰ ਵੇਖੇ ਤੇ ਉਹਨੂੰ ਸਮਝੇ। ਪਰ ਸਤਿਗੁਰੂ ਕਹਿੰਦੇ ਕਈ ਇੱਦਾਂ ਦੇ ਨੇ ਬਿਲਕੁਲ ਕੋਰੇ, ਕੁਝ ਨਹੀਂ ਪਤਾ ਵੀ ਇਹ ਵੀ ਕੁਝ ਚੀਜ਼ਾਂ ਹੈ ਨੇ ਜ਼ਿੰਦਗੀ ਦੇ ਵਿੱਚ। ਸਤਿਗੁਰੂ ਅੱਗੇ ਕਰਦੇ ਨੇ, ਕਈ ਕੋਟ ਪਰ ਦਰਬ ਕੋ ਹਿਰੈ, ਕਰੋੜਾਂ ਹੀ ਇੱਦਾਂ ਦੇ ਨੇ। ਦਰਬ ਦਾ ਮਤਲਬ ਹੈ ਪੈਸਾ। ਕਰੋੜਾਂ ਇੱਦਾਂ ਦੇ ਨੇ ਜਿਹੜੇ ਬਸ ਪਰਾਏ ਦਾ ਪੈਸਾ ਹੀ ਖੋਈ ਜਾਂਦੇ ਨੇ, ਹਾਕੀ ਮਾਰੀ ਜਾਂਦੇ ਨੇ, ਪੈਸਾ ਹੀ ਚੋਰੀ ਕਰੀ ਜਾਂਦੇ ਨੇ ਪਰਾਏ ਦਾ। ਉਹਨਾਂ ਨੇ ਜ਼ਿੰਦਗੀ ਦਾ ਕਾਰੋਬਾਰ ਹੀ ਇਹ ਬਣਾਇਆ ਹੋਇਆ ਹੈ। ਕਈ ਕੋਟ ਪਰ ਦੁੱਖ ਨਾ ਕਰੈ, ਤੇ ਕਈ ਬਸ ਇੱਦਾਂ ਦੇ ਨੇ ਜਿਨ੍ਹਾਂ ਦੀ ਡਿਊਟੀ ਮਾਲਕ ਨੇ ਇਸ ਪਾਸੇ ਲਾਈ ਹੋਈ ਹੈ ਵੀ ਉਹਨਾਂ ਨੇ ਬਸ ਪਰਾਏ ਦੇ ਦੋਸ਼ ਹੀ ਲਾਉਣੇ ਨੇ, ਵੀ ਉਹ ਵੀ ਨਹੀਂ ਚੰਗਾ, ਆ ਵੀ ਨਹੀਂ ਚੰਗਾ। ਇਹ ਵੀ ਸੁਭਾਅ ਪੱਕ ਜਾਂਦੇ ਨੇ ਬੰਦਿਆਂ ਦੇ, ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਮਰਦ ਕਹਿੰਦੇ ਵੀ ਕਰੋੜਾਂ ਹੀ ਇੱਦਾਂ ਦੇ ਨੇ ਜਿਹੜੇ ਬਸ ਦੂਜਿਆਂ ਦੇ ਉੱਤੇ ਦੂਸ਼ਣ ਹੀ ਲਾਉਂਦੇ ਨੇ। ਕਈ ਕੋਟ ਪਰ ਦੁੱਖ ਨਾ ਕਰਹਿ, ਕਈ ਕੋਟ ਮਾਇਆ ਸ਼ਰਮ ਮਾਹੇ, ਤੇ ਕਈ ਇੰਨੇ ਮਾਇਆਧਾਰੀ ਹੋ ਗਏ ਵੀ ਬਸ ਉਹਨਾਂ ਦੀ ਸੁਰਤ ਦੇ ਵਿੱਚ ਤੇ ਉਹਨਾਂ ਦੀ ਚਾਲ ਦੇ ਵਿੱਚ ਮਾਇਆ ਦੀ ਮਿਹਨਤ ਹੀ ਹੈ, ਹੋਰ ਕਿਸੇ ਚੀਜ਼ ਦੀ ਮਿਹਨਤ ਨਹੀਂ। ਪੈਸਾ ਜ਼ਰੂਰੀ ਹੈ, ਪਰ ਸਤਿਗੁਰੂ ਕਹਿੰਦੇ ਉਹਨਾਂ ਦੀ ਸੁਰਤ ਦੇ ਵਿੱਚੋਂ ਇੱਕ ਚੀਜ਼ ਪਰੇ ਨਹੀਂ ਹੁੰਦੀ, ਵੀ ਚਮੜੀ ਚਲੀ ਜਾਵੇ ਪਰ ਦਮੜੀ ਨਾ ਜਾਵੇ। ਇੱਦਾਂ ਦੀ ਸੁਰਤ ਵਾਲੇ ਲੋਕ ਵੀ ਆਪਣੀ ਬਿਮਾਰੀ ਦਾ ਵੀ ਧਿਆਨ ਨਹੀਂ, ਆਪਣੇ ਆਪ ਦਾ ਵੀ ਧਿਆਨ ਨਹੀਂ, ਬਸ ਕੀ ਹੈ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਆ ਜਾਵੇ। ਮਾਇਆ ਸ਼ਰਮ ਮਾਹੇ, ਸ਼ਰਮ ਦਾ ਮਤਲਬ ਮਿਹਨਤ, ਬਸ ਉਹਨਾਂ ਦੀ ਮਿਹਨਤ ਸਿਰਫ ਪੈਸੇ ਤੱਕ ਹੈ। ਹਜ਼ੂਰ ਕਹਿੰਦੇ ਨੇ ਕਈ ਕੋਟ ਪਰਦੇਸ ਪਰਮਾਹੇ, ਤੇ ਕਰੋੜਾਂ ਹੀ ਲੋਕ ਇੱਦਾਂ ਦੇ ਨੇ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਭਰਮਣ ਕਰਦੇ ਨੇ। ਕਿੰਨੇ ਲੋਕ ਨੇ ਸਾਡੇ ਵੇਖਦਿਆਂ ਆਹ ਦੇਸ਼ ਛੱਡ ਕੇ ਦੂਸਰਿਆਂ ਦੇਸ਼ਾਂ 'ਚ ਚਲੇ ਗਏ, ਕਦੀ ਕਿਤੇ ਚਲੇ ਗਏ, ਕਈ ਤਾਂ ਐਡਵੈਂਚਰ ਦੇ ਤੌਰ ਦੇ ਉੱਤੇ ਘੁੰਮਣ ਜਾਂਦੇ ਨੇ ਨਾ। ਕਰੋੜਾਂ ਹੀ ਲੋਕ ਨੇ ਮਹਾਰਾਜ ਕਹਿੰਦੇ ਜਿਹੜੇ ਇੱਧਰ ਉੱਧਰ ਭੱਜਦੇ ਫਿਰਦੇ ਨੇ, ਦੇਸਾਂ ਪ੍ਰਦੇਸਾਂ 'ਚ ਘੁੰਮਦੇ ਰਹਿੰਦੇ ਨੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਐ ਵਾਹਿਗੁਰੂ ਜੀਓ ਜਿਸ ਪਾਸੇ ਤੂੰ ਜੀਵਾਂ ਨੂੰ ਲਾ ਦਿੰਦਾ ਹੈ, ਆਪਣੇ ਕਰਮਾਂ ਦੇ ਅਨੁਸਾਰ ਜੀਵਾਂ ਨੂੰ ਜਿਹੋ ਜਿਹਾ ਫਲ ਦੇ ਦਿੰਦਾ ਹੈ, ਉਸ ਪਾਸੇ ਜੀਵ ਲੱਗ ਜਾਂਦੇ ਨੇ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਤੇ ਮਾਲਕ ਦੀ ਬਣਾਈ ਹੋਈ ਸ੍ਰਿਸ਼ਟੀ ਕਿੰਨੀ ਬੇਅੰਤ ਹੈ, ਇਹ ਤੇ ਰੱਬ ਹੀ ਜਾਣਦਾ ਹੈ। ਅਗਲਾ ਪਦਾ ਫਿਰ ਧਾਰਮਿਕ ਜੇ ਲੋਕਾਂ ਦੀ ਗੱਲ ਆ ਗਈ। ਕਈ ਕੋਟ ਸਿੱਧ ਜਤੀ ਜੋਗੀ, ਕਰੋੜਾਂ ਹੀ ਲੋਕ ਇੱਦਾਂ ਦੇ ਨੇ ਜਿਹੜੇ ਸਿੱਧ ਨੇ। ਸਿੱਧ ਦਾ ਮਤਲਬ ਜਿਹੜੇ ਕਬੂਲ ਹੋ ਗਏ,
ਪਾਰ ਹੋ ਗਏ। ਜਤੀ ਜਿਹਨੇ ਆਪਣੇ ਇੰਦਰੀਆਂ ਨੂੰ ਕੰਟਰੋਲ ਕਰ ਲਿਆ। ਜੋਗੀ ਉਹੀ, ਜੋਗ ਦਾ ਮਤਲਬ ਵੈਸੇ ਹੁੰਦਾ ਹੈ ਮਿਲਾਪ, ਜੋਗੀ ਦਾ ਮਤਲਬ ਮਿਲਿਆ ਹੋਇਆ। ਇੱਦਾਂ ਕਿੰਨੇ ਲੋਕ ਨੇ ਜਿਹੜੇ ਸਿੱਧ ਨੇ, ਜਤੀ ਨੇ, ਜੋਗੀ ਨੇ, ਪਰ ਬਿਲਕੁਲ ਇਹਨਾਂ ਤੋਂ ਉਲਟ ਵੀ ਹੈ ਨੇ। ਹੁਣ ਜੋਗੀ ਦਾ ਮਤਲਬ ਹੋ ਗਿਆ ਵੀ ਉਹਨੇ ਕੰਟਰੋਲ ਕੀਤਾ ਹੋਇਆ ਹੈ, ਪਰ ਰਾਜੇ ਦਾ ਮਤਲਬ ਕੀ ਹੈ ਵੀ ਉਹ ਸਾਰਿਆਂ ਦੇ ਵਿੱਚ ਪ੍ਰਵਿਰਤ ਹੈ। ਜੋਗੀ ਸੰਸਾਰ ਛੱਡਦਾ ਹੈ, ਰਾਜਾ ਸੰਸਾਰ ਦਾ ਪ੍ਰਬੰਧ ਕਰਦਾ ਹੈ। ਕਈ ਕੋਟ ਸਿੱਧ ਜਤੀ ਜੋਗੀ, ਇੱਕ ਪਾਸੇ ਤੇ ਜੋਗੀ ਵੀ ਕਰੋੜਾਂ ਨੇ, ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਕਰੋੜਾਂ ਹੀ ਰਾਜੇ ਨੇ ਜਿਹੜੇ ਕਈ ਤਰੀਕਿਆਂ ਦੇ ਸਵਾਦਾਂ ਦੇ ਵਿੱਚ ਲੱਗੇ ਹੋਏ ਨੇ, ਭੋਗਦੇ ਨੇ ਰਸਾਂ ਨੂੰ। ਕਈ ਕੋਟ ਪੰਖੀ ਸਰਪ ਉਪਾਏ, ਪੰਛੀ ਨੂੰ ਗੁਰਬਾਣੀ ਦੇ ਵਿੱਚ ਪੰਖੀ ਸ਼ਬਦ ਵਰਤਿਆ ਗਿਆ ਹੈ। ਪੰਖ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਦੇ ਖੰਭ ਹੁੰਦੇ ਨੇ, ਇਸ ਕਰਕੇ ਉਹਨੂੰ ਪੰਖੀ ਸ਼ਬਦ ਵਰਤਿਆ ਗਿਆ। ਹਜ਼ੂਰ ਕਹਿੰਦੇ ਕਈ ਕੋਟ ਪੰਖੀ ਸਰਪ ਉਪਾਏ, ਕਰੋੜਾਂ ਹੀ ਕਿਸਮਾਂ ਦੇ ਪੰਛੀ ਤੇ ਸੱਪ ਆਦਿਕ ਮਾਲਿਕ ਨੇ ਪੈਦਾ ਕੀਤੇ ਨੇ। ਕਈ ਕੋਟ ਪਾਥਰ ਬਿਰਖ ਨਿਪਜਾਏ, ਤੇ ਕਰੋੜਾਂ ਹੀ ਤਰੀਕਿਆਂ ਦੇ ਮਾਲਕ ਨੇ ਪੱਥਰ ਤੇ ਦਰਖਤ ਪੈਦਾ ਕੀਤੇ ਨੇ। ਹੈ ਤਾਂ ਪੱਥਰ ਦੀਆਂ ਕਿਸਮਾਂ ਨੇ ਨਾ, ਕਿਸੇ ਪੱਥਰ ਦੀ ਬਿਲਕੁਲ ਨਿਗੁਣੀ ਜੀ ਕੀਮਤ ਹੈ ਤੇ ਕਿਸੇ ਪੱਥਰ ਦੀ ਕੀਮਤ ਹੀ ਕਰੋੜਾਂ ਦੇ ਵਿੱਚ ਹੈ। ਕੋਈ ਪੱਥਰ ਗਲੇ 'ਚ ਸੋਭ ਰਿਹਾ ਤੇ ਕੋਈ ਪੈਰਾਂ ਦੇ ਵਿੱਚ ਆ ਰਿਹਾ ਹੈ ਤੇ ਪੱਥਰ ਹੀ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਬੇਸ਼ੁਮਾਰ ਕਈ ਕੋਟ ਪਾਥਰ ਬਿਰਖ ਨਿਪਜਾਏ ਦਾ ਮਤਲਬ ਪੈਦਾ ਕੀਤੇ ਹਨ। ਕਈ ਕੋਟ ਪਵਨ ਪਾਣੀ ਬੈਸੰਤਰ, ਅੱਗ ਦੀਆਂ ਕਈ ਕਿਸਮਾਂ, ਪਾਣੀ ਕਈ ਤਰੀਕਿਆਂ ਦੇ, ਕਿਉਂਕਿ ਪਾਣੀ ਦੀ ਸਟੇਟ ਚੇਂਜ ਹੁੰਦੀ ਰਹਿੰਦੀ ਹੈ। ਹਜ਼ੂਰ ਕਹਿੰਦੇ ਨੇ ਹਵਾ ਦੀਆਂ ਕਈ ਕਿਸਮਾਂ, ਜਿੱਦਾਂ ਆਪਾਂ ਗੈਸਾਂ ਵੇਖਦੇ ਹਾਂ, ਕਰੋੜਾਂ ਹੀ ਤਰੀਕੇ ਨੇ। ਅਜੇ ਤਾਂ ਸਾਨੂੰ ਬਹੁਤੇ ਲੱਭੇ ਹੀ ਨਹੀਂ ਗਏ, ਜਿੰਨੇ ਕੁ ਲੱਭਦੀ ਹੈ ਸਾਇੰਸ ਉਹਦੇ ਬਾਰੇ ਬੋਲਦੀ ਹੈ। ਬਹੁਤ ਕੁਝ ਤਾਂ ਜੇ ਬੇਸ਼ੁਮਾਰ ਹੈ ਤੇ ਬੇਅੰਤ ਦੇ ਵਿੱਚ ਪਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਕਈ ਕੋਟ ਦੇਸ਼ ਭੂ ਮੰਡਲ, ਕਰੋੜਾਂ ਹੀ ਦੇਸ਼ ਨੇ, ਲੱਖਾਂ ਸੈਂਕੜਿਆਂ ਦੀ ਤੇ ਗਿਣਤੀ ਹੀ ਨਹੀਂ। ਜਦੋਂ ਬ੍ਰਹਿਮੰਡ ਦਾ ਅੰਤ ਨਹੀਂ ਤੇ ਬ੍ਰਹਿਮੰਡ ਦੇ ਵਿੱਚ ਦੇਸ਼ਾਂ ਦਾ ਅੰਤ ਕੀ ਹੈ। ਕਈ ਕੋਟ ਦੇਸ਼ ਭੂ ਮੰਡਲ, ਭੂ ਮੰਡਲ ਦਾ ਮਤਲਬ ਹੋ ਗਿਆ ਇੱਕ ਧਰਤੀ ਦਾ ਆਪਣਾ ਇੱਕ ਆਲਾ ਦੁਆਲਾ। ਸਤਿਗੁਰੂ ਕਹਿੰਦੇ ਇਹ ਵੀ ਕਰੋੜਾਂ ਨੇ। ਕਈ ਕੋਟ ਸਸੀਅਰ ਸੂਰ ਨਖੇਤਰ, ਸਸੀਅਰ ਚੰਦਰਮਾ, ਸੂਰ ਸੂਰਜ, ਨਖੇਤਰ ਤਾਰੇ, ਕਰੋੜਾਂ ਹੀ ਸੂਰਜ ਤਾਰੇ ਤੇ ਚੰਦਰਮਾ ਨੇ। ਫਿਰ ਸਤਿਗੁਰੂ ਅੱਗੇ ਕਿਰਪਾ ਕਰਦੇ ਨੇ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਰੋੜਾਂ ਹੀ ਫਿਰ ਦੇਵਤੇ ਬਿਰਤੀ ਵਾਲੇ ਲੋਕ ਨੇ ਜਿਨ੍ਹਾਂ ਨੂੰ ਦੇਵਤੇ ਕਿਹਾ ਜਾ ਸਕਦਾ ਹੈ। ਤੇ ਬਿਲਕੁਲ ਇਹਨਾਂ ਤੋਂ ਉਲਟ ਫਿਰ ਕੀ ਹੈ, ਦਾਨਵ ਰਾਖਸ਼ ਵੀ ਬਿਰਤੀ, ਉਸ ਬਿਰਤੀ ਵਾਲੇ ਵੀ ਕਰੋੜਾਂ ਹੀ ਨੇ। ਇੰਦਰ ਸਿਰ ਛਤਰ, ਤੇ ਬਹੁਤੇ ਇਹੋ ਜਿਹੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਇੰਦਰ ਦੇ ਵਾਂਗੂ ਛਤਰ ਝੂਲਦੇ ਨੇ। ਦੇਵਤਿਆਂ ਦੇ ਵਿੱਚੋਂ ਸਿਰਮੌਰ ਦੇਵਤਾ ਮੰਨਿਆ ਜਾਂਦਾ ਹੈ ਵੀ ਹਰ ਵੇਲੇ ਆਨੰਦ ਜੇ ਦੇ ਵਿੱਚ ਰਹਿਣ ਵਾਲਾ ਦੇਵਤਾ। ਸਤਿਗੁਰੂ ਕਹਿੰਦੇ ਕਈ ਇੱਦਾਂ ਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਹਮੇਸ਼ਾ ਹੀ ਛਤਰ ਝੂਲਦੇ ਪਏ ਨੇ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਜਿੰਨੀ ਵੀ ਸਮੱਗਰੀ ਹੈ ਸ੍ਰਿਸ਼ਟੀ ਹੈ, ਸਤਿਗੁਰੂ ਕਹਿ ਰਹੇ ਨੇ ਇਹਨੂੰ ਆਪਣੇ ਸੂਤ ਦੇ ਵਿੱਚ ਮਾਲਕ ਨੇ ਪਰੋਇਆ ਹੋਇਆ ਹੈ। ਜਿੱਦਾਂ ਦੀਵਾਰ ਬਣਦੀ ਹੈ ਨਾ, ਤੇ ਜਦੋਂ ਦੀਵਾਰ ਬਣਦੀ ਹੈ ਤੇ ਸੂਤਰ ਬੰਨ੍ਹ ਦਿੱਤਾ ਜਾਂਦਾ ਹੈ, ਧਾਗਾ ਬੰਨ੍ਹ ਦਿੱਤਾ ਜਾਂਦਾ ਹੈ, ਦੋ ਸਿਰਿਆਂ ਦੇ ਉੱਤੇ ਧਾਗਾ ਵੱਜ ਗਿਆ। ਜਿੰਨੀਆਂ ਵੀ ਇੱਟਾਂ ਲੱਗਣਗੀਆਂ ਸਾਰੀਆਂ ਉਸ ਸੂਤਰ ਦੇ ਹਿਸਾਬ ਦੇ ਨਾਲ ਲੱਗੀ ਜਾਣਗੀਆਂ, ਇੱਕ ਵੀ ਇੱਟ ਉਸ ਸੂਤਰ ਤੋਂ ਬਾਹਰ ਨਹੀਂ ਹੋਵੇਗੀ। ਜਦੋਂ ਇੱਟ ਲੱਗ ਗਈ ਸੂਤਰ ਖਿੱਚ ਲਿਆ ਜਾਂਦਾ। ਇੱਦਾਂ ਸਤਿਗੁਰੂ ਕਹਿੰਦੇ ਨੇ ਵੀ ਅਸਲ ਦੇ ਵਿੱਚ ਜੋ ਕੁਝ ਨਜ਼ਰ ਆ ਰਿਹਾ ਹੈ ਵੱਖ-ਵੱਖ, ਪਰ ਚੱਲਦਾ ਸਾਰਾ ਇੱਕ ਮਰਿਆਦਾ ਦੇ ਵਿੱਚ ਪਿਆ ਹੈ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ, ਜਿਹਨੂੰ ਜਿਹਨੂੰ ਉਹ ਭਾਉਂਦਾ ਹੈ, ਭਾਵ ਕਿ ਜਿਹਨੂੰ ਜਿਹਨੂੰ ਉਹ ਚੰਗਾ ਲੱਗਦਾ ਹੈ, ਤਿਸ ਤਿਸ ਨਿਸਤਾਰੈ, ਉਹਨੂੰ ਉਹ ਨਿਸਤਾਰ ਲੈਂਦਾ ਹੈ, ਪਾਰ ਕਰ ਲੈਂਦਾ ਹੈ। ਅਗਲਾ ਪਦਾ ਹੈ ਜੀ ਕਈ ਕੋਟ ਰਾਜਸ ਤਾਮਸ ਤੇ ਸਾਤਕ। ਵਾਹਿਗੁਰੂ, ਕਈ ਕੋਟ ਰਾਜਸ ਤਾਮਸ ਸਾਤਕ, ਇਹ ਬਿਰਤੀਆਂ ਨੇ ਬੰਦੇ ਦੀਆਂ। ਸੁਸਾਇਟੀ ਦੇ ਵਿੱਚ ਇਸ ਸਾਡੇ ਆਲੇ ਦੁਆਲੇ ਤਿੰਨ ਤਰੀਕਿਆਂ ਦੇ ਲੋਕ ਰਹਿੰਦੇ ਨੇ। ਇੱਕ ਹੁੰਦੇ ਨੇ ਰਾਜਸੀ ਬਿਰਤੀ ਵਾਲੇ ਲੋਕ, ਜਿਨ੍ਹਾਂ ਦੇ ਅੰਦਰ ਰਾਜ ਕਰਨ ਦੀ ਬੜੀ ਭਾਵਨਾ ਹੁੰਦੀ ਹੈ ਵੀ ਕੁਝ ਵੀ ਹੋਵੇ ਮੇਰੇ ਕੋਲੋਂ ਪੁੱਛ ਲਓ, ਪਹਿਲਾਂ ਕੁਝ ਵੀ ਕਰੋ ਮੇਰੇ ਕੋਲੋਂ ਸਲਾਹ ਲੈ ਲਓ। ਮਤਲਬ ਵੀ ਤੁਸੀਂ ਮੇਰੇ ਤੋਂ ਨੀਚੇ ਜੇ, ਮੇਰੀ ਸਲਾਹ ਲਓਗੇ ਤਾਂ ਮੈਨੂੰ ਥੋੜ੍ਹੀ ਜਿਹੀ ਹਉਮੈ ਨੂੰ ਪੱਠੇ ਜੇ ਪੈਂਦੇ ਰਹਿੰਦੇ ਨੇ। ਰਾਜਸੀ ਬਿਰਤੀ ਹੁੰਦੀ ਹੈ ਵੀ ਕੁਝ ਵੀ ਹੋਵੇ ਮੇਰੇ ਕੋਲੋਂ ਸਲਾਹ ਕਿਉਂ ਨਹੀਂ ਲਈ। ਫਿਰ ਇੱਕ ਹੁੰਦੀ ਆ ਤਾਮਸੀ ਬਿਰਤੀ। ਤਾਮਸ ਦਾ ਮਤਲਬ ਹੁੰਦਾ ਤਮਸ, ਹਨੇਰਾ, ਮਤਲਬ ਪਤਾ ਹੀ ਨਹੀਂ ਵੀ ਜ਼ਿੰਦਗੀ 'ਚ ਕੀ ਹੋ ਰਿਹਾ, ਖਾ ਪੀ ਲਿਆ ਤੇ ਸੌਂ ਲਿਆ, ਇਹਦੇ ਤੋਂ ਵੱਧ ਸੋਚ ਹੀ ਨਹੀਂ ਰਹੀ। ਕੁਝ ਵੀ ਹੋਇਆ ਲਾਗੇ ਬਿਲਕੁਲ ਨੇੜੇ ਹੋਇਆ, ਪਤਾ ਹੀ ਨਹੀਂ ਵੀ ਕੀ ਵਾਪਰ ਗਿਆ, ਹਨੇਰੇ ਦੇ ਵਿੱਚ ਡਿੱਗੇ ਹੋਏ ਲੋਕ। ਤੇ ਇੱਕ ਹੁੰਦੇ ਨੇ ਫਿਰ ਸਾਤਵਿਕ ਬਿਰਤੀ ਵਾਲੇ। ਇਹ ਹੁੰਦੇ ਤੇ ਥੋੜ੍ਹੇ ਜਿਹੇ ਧਾਰਮਿਕ ਨੇ, ਪਰ ਇਹਨਾਂ ਦੇ ਵਿੱਚ ਵੀ ਬੱਲੇ ਬੱਲੇ ਕਰਾਉਣ ਦੀ ਇੱਛਾ ਹੁੰਦੀ ਹੈ ਵੀ ਅਸੀਂ ਹਾਂ ਤੇ ਚੰਗੇ, ਪਰ ਸਾਡੀ ਚੰਗਿਆਈ ਲੋਕਾਂ ਦੇ ਸਾਹਮਣੇ ਆ ਜਾਵੇ। ਸਤਿਗੁਰੂ ਨੇ ਫਿਰ ਇਹਦੇ ਤੋਂ ਚੌਥੇ ਪਦ ਦੀ ਗੱਲ ਕੀਤੀ ਹੈ, ਜਿੱਥੇ ਆਵੇਗੀ ਅਸੀਂ ਵਿਚਾਰਾਂਗੇ। ਹਜ਼ੂਰ ਕਹਿੰਦੇ ਕਰੋੜਾਂ ਹੀ ਉਹ ਨੇ ਰਾਜਸੀ ਬਿਰਤੀ ਵਾਲੇ,
ਘੁੱਪ ਹਨੇਰੇ ਦੇ ਵਿੱਚ ਰਹਿਣ ਵਾਲੇ ਤੇ ਸਾਤਵਿਕ ਜੀ ਬਿਰਤੀ ਵਾਲੇ, ਭਾਵ ਕਿ ਆਪਣੇ ਆਪ ਨੂੰ ਬਾਕੀਆਂ ਦੇ ਨਾਲੋਂ ਥੋੜ੍ਹਾ ਜਿਹਾ ਉੱਚਾ ਸਮਝਣ ਵਾਲੇ। ਕਈ ਕੋਟ ਵੇਦ ਪੁਰਾਣ ਸਿਮਰਿਤ ਅਰ ਸ਼ਾਸਤ, ਕਰੋੜਾਂ ਹੀ ਇਹੋ ਜਿਹੇ ਨੇ ਜਿਹੜੇ ਵੇਦਾਂ ਨੂੰ, ਪੁਰਾਣਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ ਪੜ੍ਹਦੇ ਰਹਿੰਦੇ ਨੇ। ਇੰਟਰਸਟ ਹੈ ਨਾ। ਹਜ਼ੂਰ ਕਹਿੰਦੇ ਕਈ ਕੋਟ ਕੀਏ ਰਤਨ ਸਮੁੰਦ, ਕਰੋੜਾਂ ਹੀ ਸਮੁੰਦਰ ਦੇ ਵਿੱਚ ਮਾਲਕ ਨੇ ਰਤਨ ਪੈਦਾ ਕਰ ਦਿੱਤੇ ਨੇ। ਕਿੰਨਾ ਕੁਝ ਹੈ ਸਮੁੰਦਰ ਦੇ ਅੰਦਰ, ਡਾਈਵਰਸ ਕਈ ਕੁਝ ਲੱਭ ਕੇ ਲੈ ਆਉਂਦੇ ਨੇ, ਕਿੰਨਾ ਕੁਝ ਲੱਭਣ ਦੇ ਲਈ ਅੱਜ ਕੱਲ੍ਹ ਕੈਮਰੇ ਲਈ ਫਿਰਦੇ ਨੇ। ਸਤਿਗੁਰੂ ਕਹਿੰਦੇ ਕਰੋੜਾਂ ਚੀਜ਼ਾਂ ਉਹਨੇ ਸਮੁੰਦਰ ਦੇ ਵਿੱਚ ਹੀ ਪੈਦਾ ਕਰ ਦਿੱਤੀਆਂ। ਕਈ ਕੋਟ ਨਾਨਾ ਪ੍ਰਕਾਰ ਜੰਤ, ਨਾਨਾ ਦਾ ਮਤਲਬ ਹੈ ਭਿੰਨ ਭਿੰਨ, ਅਨੇਕਾਂ ਤਰ੍ਹਾਂ ਦੇ ਜੀਵ ਜੰਤ ਮਾਲਕ ਨੇ ਪੈਦਾ ਕਰ ਦਿੱਤੇ। ਜਿੰਨਾ ਕੁ ਮੈਂ ਇਸ ਗੱਲ ਦੇ ਬਾਰੇ ਜਾਣਦਾ ਹਾਂ, ਪਹਿਲੀ ਗੱਲ ਤੇ ਮਹਾਰਾਜ ਕਹਿੰਦੇ ਮੇਰਾ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਹਨੇ ਘਰ ਦੇ ਜੀਵ ਵੀ ਇੱਕ ਜਿਹੇ ਨਹੀਂ ਪੈਦਾ ਕੀਤੇ। ਫਿਰ ਮਨੁੱਖਾਂ ਦੇ ਵਿੱਚੋਂ ਵੀ ਜਿੰਨੇ ਵੀ ਅਸੀਂ ਮਨੁੱਖ ਬੈਠੇ ਹਾਂ, ਹੈ ਸਾਰੇ ਮਨੁੱਖ ਨੇ, ਪਰ ਤੁਸੀਂ ਵੇਖਿਓ ਉਹਨਾਂ ਦੀ ਨਸਲ ਕਰਕੇ ਉਹਨਾਂ ਨੂੰ ਇੱਕ ਦੂਸਰੇ ਨਾਲੋਂ ਵੱਖਰੇ ਮੰਨਿਆ ਜਾਂਦਾ ਹੈ ਇੱਕੋ ਹੀ ਮਨੁੱਖਾ ਜਾਤੀ ਹੈ, ਪਰ ਸ਼ਕਲਾਂ ਤੋਂ, ਕੱਦ ਦੇ ਹਿਸਾਬ ਦੇ ਨਾਲ, ਰੰਗ ਦੇ ਹਿਸਾਬ ਦੇ ਨਾਲ ਕਿੰਨਾ ਫਰਕ ਪੈ ਜਾਂਦਾ ਹੈ। ਨਾਨਾ ਪ੍ਰਕਾਰ ਜੰਤ, ਅਨੇਕਾਂ ਹੀ ਤਰੀਕਿਆਂ ਦੇ ਜੰਤ ਮਾਲਕ ਨੇ ਪੈਦਾ ਕੀਤੇ। ਕਈ ਕੋਟ ਕੀਏ ਚਿਰ ਜੀਵੇ, ਕਾਇਨਾਤ ਦੇ ਵਿੱਚ ਕਰੋੜਾਂ ਹੀ ਲੋਕ ਇੱਦਾਂ ਦੇ ਨੇ, ਕਰੋੜਾਂ ਹੀ ਜੀਵ ਇੱਦਾਂ ਦੇ ਨੇ ਜਿਨ੍ਹਾਂ ਦੀ ਉਮਰ ਬਹੁਤ ਲੰਮੀ ਹੈ। ਜਿੱਦਾਂ ਸੱਪ ਦੀ ਉਮਰ ਦੇ ਬਾਰੇ ਮਹਾਰਾਜ ਨੇ ਬੋਲਿਆ ਹੈ, ਕਛੂ ਕੰਮੇ ਦੀ ਉਮਰ ਦੇ ਬਾਰੇ ਮਹਾਰਾਜ ਨੇ ਬੋਲਿਆ ਹੈ ਵੀ ਇਹਨਾਂ ਦੀ ਉਮਰ ਬੜੀ ਲੰਮੀ ਹੈ। ਹਜ਼ੂਰ ਕਹਿੰਦੇ ਇੱਦਾਂ ਨੇ, ਬੰਦਿਆਂ ਦੀ ਉਮਰ ਤਾਂ ਬੜੀ ਛੋਟੀ ਜੀ ਆ ਉਹਨਾਂ ਦੇ ਮੁਕਾਬਲੇ। ਦਰਖਤਾਂ ਦੀ ਏਜ ਕਿੰਨੀ ਹੈ, 1000 ਸਾਲ ਪੁਰਾਣੇ ਦਰਖਤ ਵੀ ਅਵੇਲੇਬਲ ਨੇ ਇੱਥੇ, ਉਹਦੇ ਬਾਰੇ ਪੜ੍ਹ ਸਕਦੇ ਹਾਂ ਆਪਾਂ। ਹਜ਼ੂਰ ਕਹਿੰਦੇ ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਹਜ਼ੂਰ ਕਹਿੰਦੇ ਨੇ ਫਿਰ ਕਰੋੜਾਂ ਹੀ ਮਾਲਕ ਨੇ ਇਹੋ ਜਿਹੇ ਪਹਾੜ ਬਣਾ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਸੋਨਾ ਨਿਕਲਦਾ ਹੈ। ਵਾਹਿਗੁਰੂ ਦੀ ਖੇਡ ਹੈ, ਜਿੱਥੇ ਉਹਨੇ ਮੈਦਾਨ ਬਣਾਏ ਨੇ ਨਾ, ਉੱਥੇ ਫਸਲ ਪੈਦਾ ਕਰ ਦਿੱਤੀ ਵੀ ਫਸਲ ਖਾਣੀ ਹੈ। ਅਤੇ ਜਿੱਥੇ ਉਹਨੂੰ ਪਤਾ ਨਾ ਵੀ ਪਰਬਤਾਂ ਦੇ ਵਿੱਚ ਫਸਲ ਏਡੀ ਵਧੀਆ ਨਹੀਂ ਹੋਣੀ, ਉਹਨੇ ਪਹਾੜਾਂ ਦੇ ਵਿੱਚ ਇੰਨੀਆਂ ਕੀਮਤੀ ਚੀਜ਼ਾਂ ਪਾ ਦਿੱਤੀਆਂ ਵੀ ਬੰਦਾ ਥੋੜ੍ਹਾ ਜਿਹਾ ਖੋਜੇ ਅਤੇ ਜਿੰਨਾ ਫਸਲ ਵਾਲਾ ਮਾਲ ਹੁੰਦਾ ਉਹਨਾਂ ਉਹ ਹੋ ਸਕਦਾ ਹੈ। ਪਹਾੜਾਂ ਦੇ ਵਿੱਚ ਉਹਨੇ ਸੋਨਾ ਪਾ ਕੇ ਰੱਖ ਦਿੱਤਾ। ਕਈ ਕੋਟ ਗਿਰੀ ਦਾ ਮਤਲਬ ਪਹਾੜ, ਮੇਰ ਸਵਰਨ ਥੀਵੇ, ਸੋਨੇ ਦੇ ਪਹਾੜ ਬਣ ਗਏ। ਹਜ਼ੂਰ ਕਹਿੰਦੇ ਨੇ ਕਈ ਕੋਟ ਜਖਯ ਕਿੰਨਰ ਪਿਸਾਚ, ਜਕਸ਼ ਦੇਵਤਿਆਂ ਦੇ ਰਾਗੀ, ਕਿੰਨਰ ਜਿਹੜੇ ਮਨੁੱਖਾਂ ਤੇ ਔਰਤਾਂ ਵਰਗੇ ਨਹੀਂ ਹੁੰਦੇ, ਪਿਸ਼ਾਚ ਇਹ ਜਿਹੜੇ ਨੇ ਇਹ ਬਿਲਕੁਲ ਨੀਵੀਆਂ ਕਿਸਮਾਂ ਵਾਲੇ ਬੰਦੇ ਜਿਹੜੇ ਬੜੇ ਭਿਆਨਕ ਜਿਹੇ ਲੱਗਦੇ ਨੇ। ਹਜ਼ੂਰ ਕਹਿੰਦੇ ਕਰੋੜਾਂ ਹੀ ਲੋਕ ਇੱਦਾਂ ਦੇ ਨੇ, ਕਿਉਂਕਿ ਬੇਅੰਤ ਨਹੀਂ, ਅੰਤ ਨਹੀਂ ਹੈ ਕਿਸੇ ਪਾਸੇ ਤੋਂ ਸ੍ਰਿਸ਼ਟੀ ਦਾ। ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਭੂਤ ਪ੍ਰੇਤ ਵਾਲੀ ਬਿਰਤੀ ਵਾਲੇ ਲੋਕ, ਤੇ ਸਤਿਗੁਰੂ ਕਹਿੰਦੇ ਨੇ ਸੂਰ ਵਾਲੀ ਬਿਰਤੀ ਵਾਲੇ ਲੋਕ, ਮ੍ਰਿਗਾਚ ਸ਼ੇਰ ਵਾਲੀ ਬਿਰਤੀ ਵਾਲੇ ਲੋਕ। ਤੇ ਇਸ ਬਿਰਤੀਆਂ ਵਾਲੇ ਜੀਵ ਵੀ ਸਿਰਫ ਬੰਦੇ ਹੀ ਨਹੀਂ, ਇਹਨਾਂ ਬਿਰਤੀਆਂ ਵਾਲੇ ਬੇਅੰਤ ਲੋਕ ਨੇ। ਸਭ ਤੇ ਨੇੜੇ ਸਭ ਹੂੰ ਤੇ ਦੂਰ, ਮਾਲਕ ਇਹਨਾਂ ਸਾਰਿਆਂ ਦੇ ਨੇੜੇ ਵੀ ਹੈ, ਪਰ ਇਹਨਾਂ ਦੀ ਪਹੁੰਚ ਤੋਂ ਸਭ ਤੋਂ ਦੂਰ ਵੀ ਬੈਠਾ ਹੋਇਆ ਹੈ ਇਹਨਾਂ ਦੇ ਨੇੜੇ ਪਰ ਪਹੁੰਚ ਨਹੀਂ ਕਰਦੇ, ਇਸ ਕਰਕੇ ਸਾਰਿਆਂ ਤੋਂ ਦੂਰ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ, ਉਹ ਆਪ ਇਹਨਾਂ ਸਾਰਿਆਂ ਤੋਂ ਨਿਰਲੇਪ ਹੋ ਕੇ ਤੇ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਜ਼ਮੀਨ ਨੂੰ ਪੁੱਟਦੇ ਆ ਨਾ ਤੇ ਵੇਖੋ ਕਿੰਨੇ ਕੀੜੇ ਮਕੌੜੇ ਨਿਕਲਦੇ ਨੇ। ਕਰੋੜਾਂ ਹੀ ਜੀਵ ਸਤਿਗੁਰੂ ਕਹਿੰਦੇ ਪਾਤਾਲ ਦੇ ਵਿੱਚ ਰਹਿਣ ਵਾਲੇ ਨੇ। ਪਾਤਾਲ ਦਾ ਮਤਲਬ ਕੀ ਹੈ? ਜੋ ਜ਼ਮੀਨ ਦਾ ਨੀਚਲਾ ਹਿੱਸਾ ਹੈ, ਸਾਡੇ ਤੋਂ ਹੇਠਲਾ ਹਿੱਸਾ ਹੈ, ਉਹ ਸਾਰਾ ਪਾਤਾਲ ਹੈ। ਕਰੋੜਾਂ ਹੀ ਜੀਵ ਪਾਤਾਲ ਦੇ ਵਿੱਚ ਰਹਿਣ ਵਾਲੇ ਨੇ। ਕਈ ਕੋਟ ਨਰਕ ਸੁਰਗ ਨਿਵਾਸੀ, ਭਾਵ ਕਿ ਕਰੋੜਾਂ ਹੀ ਜੀਵ ਇੱਦਾਂ ਦੇ ਨੇ ਜਿਹੜੇ, ਨਰਕ ਦਾ ਮਤਲਬ ਹੈ ਵੀ ਬਿਲਕੁਲ ਬੇਕਾਰ ਜੀ ਜ਼ਿੰਦਗੀ, ਜਿਨ੍ਹਾਂ ਨੇ ਇਹੋ ਹੀ ਜ਼ਿੰਦਗੀ ਨਰਕ ਬਣਾਈ ਹੋਈ ਹੈ, ਅਤੇ ਕਈਆਂ ਦਾ ਆ ਵੀ ਸਵਰਗ ਹੈ। ਇਸ ਕਰਕੇ ਹਜ਼ੂਰ ਕਹਿੰਦੇ ਕਰੋੜਾਂ ਹੀ ਲੋਕ ਨਰਕਾਂ ਸਵਰਗਾਂ ਦੇ ਵਾਸੀ ਹੋਏ ਪਏ ਨੇ, ਭਾਵ ਕਿ ਚੰਗੀ ਅਤੇ ਮਾੜੀ ਜ਼ਿੰਦਗੀ ਜੀਣ ਵਾਲੇ ਵੀ ਕਰੋੜਾਂ ਨੇ। ਕਈ ਕੋਟ ਜਨਮੈ ਹੈ ਜੀਵੈ ਹੈ ਮਰੈ, ਕਰੋੜਾਂ ਹੀ ਲੋਕ ਨੇ ਜਿਹੜੇ ਜੰਮਦੇ ਪਏ ਨੇ ਅਤੇ ਖਤਮ ਹੋਈ ਜਾ ਰਹੇ ਨੇ। ਸਾਡੇ ਐਸੇ ਗੱਲ ਕਰਦਿਆਂ ਕਿੰਨੇ ਨਵੇਂ ਜੰਮ ਪਏ ਅਤੇ ਕਿੰਨੇ ਪੁਰਾਣੇ ਖਤਮ ਹੋ ਗਏ। ਹਜ਼ੂਰ ਕਹਿੰਦੇ ਨੇ ਇੱਕ ਕਿੰਨੇ ਹੀ ਲੋਕਾਂ ਦੇ ਨਾਲ ਇਹ ਵਾਪਰਦਾ ਪਿਆ ਹੈ। ਕਈ ਕੋਟ ਬਹੁਤ ਜੋਨੀ ਫਿਰੈ ਅਤੇ ਕਈ ਜੂਨਾਂ ਦੇ ਵਿੱਚ ਹੀ ਭਟਕਦੇ ਫਿਰਦੇ ਨੇ। ਕਈ ਕੋਟ ਬੈਠਤ ਹੀ ਖਾਹੇ, ਇਹ ਵੀ ਰੱਬ ਦੀ ਖੇਡ ਹੈ ਨਾ। ਬੈਠਿਆਂ ਹੀ ਸਾਰਾ ਕੁਝ ਮਿਲੀ ਗਿਆ। ਮਾਂ ਪਿਓ ਨੇ ਇੰਨਾ ਕਮਾ ਲਿਆ, ਵੱਡਿਆਂ ਨੇ ਇੰਨਾ ਕਮਾ ਲਿਆ ਵੀ ਲੋੜ ਹੀ ਨਹੀਂ ਮਿਹਨਤ ਕਰਨ ਦੀ, ਆਰਾਮ ਦੇ ਨਾਲ ਬੈਠੇ ਖਾਈ ਜਾਂਦੇ ਨੇ। ਕਈ ਕੋਟ ਘਾਲੈਂ ਥੱਕ ਪਾਹੇ, ਅਤੇ ਕਈ ਵਿਚਾਰੇ ਮਿਹਨਤਾਂ ਕਰ ਕਰਕੇ ਖੱਪ ਜਾਂਦੇ ਨੇ। ਚਲੋ ਸਾਡੇ ਨਾਲ ਵੀ ਹੋਇਆ, ਸਾਨੂੰ ਇਸ ਗੱਲ ਦਾ ਕਿਤੇ ਇਤਰਾਜ਼ ਨਾ ਰਹਿ ਜਾਵੇ। ਜਦੋਂ ਅਸੀਂ ਬੱਚੇ ਸੀ, ਨਹੀਂ ਸੀ ਕਮਾਉਂਦੇ ਅਤੇ ਬੈਠੇ ਖਾਂਦੇ ਸਾਂ ਨਾ,
ਤੇ ਮਾਂ ਪਿਓ ਮਿਹਨਤ ਕਰਦੇ ਹੁੰਦੇ ਸੀ। ਤੇ ਗਾਂ ਜੇ ਸਾਡੇ ਬੱਚੇ ਹੋ ਗਏ, ਹੁਣ ਅਸੀਂ ਉਹ ਕੰਮ ਕਰਦੇ ਪਏ ਹਾਂ, ਬੱਚੇ ਬੈਠ ਕੇ ਖਾਂਦੇ ਨੇ। ਮਹਾਰਾਜ ਕਹਿੰਦੇ ਵੇਖੋ ਖੇਡ ਕਿੱਦਾਂ ਚੱਲਦੀ, ਕਈ ਬੈਠਿਆਂ ਖਾਂਦੇ ਨੇ ਤੇ ਕਈਆਂ ਨੂੰ ਬਾਹਰ ਖੱਪਣਾ ਪੈਂਦਾ ਹੈ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘੱਲ ਹੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਤੇ ਕਈਆਂ ਨੂੰ ਮਾਲਕ ਨੇ ਧਨਵਾਨ ਕਰ ਦਿੱਤਾ ਹੈ। ਅੰਤ ਹੀ ਨਹੀਂ ਵੀ ਕਿੰਨਾ ਪੈਸਾ ਹੈ ਉਹਨਾਂ ਦੇ ਕੋਲ। ਕਈ ਕੋਟ ਮਾਇਆ ਮਹਿ ਚਿੰਤ, ਤੇ ਕਈ ਇੱਦਾਂ ਦੇ ਵੀ ਨੇ ਜਿਹਨਾਂ ਨੂੰ ਬਸ ਪੈਸੇ ਦੀ ਚਿੰਤਾ ਲੱਗੀ ਰਹਿੰਦੀ ਹੈ। ਇੱਕ ਬਿਲਕੁਲ ਉਤਲੇ ਪਾਸੇ ਵਾਲੇ, ਇੱਕ ਬਿਲਕੁਲ ਨੀਵੇਂ ਵਾਲੇ ਪਾਸੇ ਵਾਲੇ ਹੋ ਗਏ। ਜਹਾਂ ਜਹਾਂ ਪਾਣਾ ਤਹਾਂ ਤਹਾਂ ਰਾਖੇ। ਸਤਿਗੁਰੂ ਕਹਿੰਦੇ ਜਿੱਥੇ ਜਿੱਥੇ ਰੱਬ ਨੂੰ ਚੰਗਾ ਲੱਗਦਾ ਹੈ, ਜੀਵ ਨੂੰ ਉੱਥੇ ਉੱਥੇ ਰੱਖਦਾ ਹੈ। ਨਾਨਕ ਸਭ ਕਿਛ ਪ੍ਰਭ ਕੈ ਹੱਥ ਹੈ। ਸਾਰਾ ਕੁਝ ਮਾਲਕ ਦੇ ਆਪਣੇ ਕੰਟਰੋਲ ਦੇ ਵਿੱਚ ਹੈ, ਆਪਣੇ ਹੱਥ ਦੇ ਵਿੱਚ ਹੈ। ਕਈ ਕੋਟ ਭਏ ਬੈਰਾਗੀ। ਬੈਰਾਗੀ ਦਾ ਮਤਲਬ ਵੈਰਾਗਵਾਨ, ਉਪਰਾਮ ਜੇ ਰਹਿਣ ਵਾਲੇ। ਇਹ ਨਹੀਂ ਵੀ ਸਾਰੀਆਂ ਚੀਜ਼ਾਂ ਦੇ ਵਿੱਚ ਫਸੇ ਹੋਏ, ਵਿਰਕਤ ਜੇ ਰਹਿਣ ਵਾਲੇ। ਕਰੋੜਾਂ ਹੀ ਲੋਕ ਨੇ ਜਿਹੜੇ ਵੈਰਾਗੀ ਨੇ। ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਉਹਨਾਂ ਦੀ ਲਿਵ ਮਾਲਕ ਦੇ ਨਾਮ ਦੇ ਨਾਲ ਜੁੜੀ ਹੋਈ ਹੈ। ਜਿਨ੍ਹਾਂ ਦੀ ਲਿਵ ਨਾਮ ਦੇ ਵਿੱਚ ਹੈ, ਉਹਨਾਂ ਦਾ ਆਪਣੇ ਆਪ ਹੀ ਬਾਕੀ ਚੀਜ਼ਾਂ ਦੇ ਵਿੱਚੋਂ ਇੰਟਰਸਟ ਘਟ ਗਿਆ। ਕਈ ਕੋਟ ਪ੍ਰਭ ਕੋ ਖੋਜੰਤੇ। ਕਰੋੜਾਂ ਹੀ ਲੋਕ ਨੇ ਜਿਹੜੇ ਇਸ ਜ਼ਿੰਦਗੀ ਦੇ ਵਿੱਚ ਆ ਕੇ ਤੇ ਪ੍ਰਭੂ ਨੂੰ ਖੋਜਦੇ ਨੇ। ਉਹਨਾਂ ਦੀ ਜ਼ਿੰਦਗੀ ਦਾ ਮਕਸਦ ਇਹ ਬਣ ਗਿਆ, ਜਿਹਨੂੰ ਮਹਾਰਾਜ ਜੀ ਬੋਲਦੇ ਨੇ, ਰਾਮ ਰਾਮ ਬੋਲ ਬੋਲ ਖੋਜ ਤੇ ਬੜ ਭਾਗੀ। ਉਹਦੀ ਖੋਜ ਕਰਦੇ ਪਏ ਨੇ ਵੀ ਜ਼ਿੰਦਗੀ ਦੇ ਵਿੱਚ ਆ ਜਾਵੇ। ਆਤਮ ਮਹਿ ਪਾਰ ਬ੍ਰਹਮ ਲਹੰਤੇ। ਤੇ ਉਹ ਜਿਹੜੇ ਖੋਜਦੇ ਰਹਿੰਦੇ ਨੇ, ਉਹਨਾਂ ਦੇ ਆਤਮੇ ਦੇ ਵਿੱਚ ਮਾਲਕ ਆ ਕੇ ਵਸ ਜਾਂਦਾ ਹੈ, ਉਹਨੂੰ ਰੱਬ ਲੈਂਦੇ ਨੇ ਆਪਣੇ ਅੰਦਰੋਂ। ਕਈ ਕੋਟ ਦਰਸ਼ਨ ਪ੍ਰਭ ਪਿਆਸ। ਕਰੋੜਾਂ ਹੀ ਲੋਕ ਇੱਦਾਂ ਦੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ, ਤਾਂਘ ਹੈ ਉਹਨਾਂ ਦੇ ਅੰਦਰ। ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼। ਤੇ ਜਿੱਦਾਂ ਸਾਨੂੰ ਪਾਣੀ ਦੀ ਪਿਆਸ ਲੱਗੀ ਹੈ ਨਾ, ਉੱਦਾਂ ਉਹਨਾਂ ਨੂੰ ਮਾਲਕ ਦੀ ਪਿਆਸ ਲੱਗੀ ਹੈ, ਤੇ ਅਬਿਨਾਸ਼ੀ ਪ੍ਰਭੂ ਉਹਨਾਂ ਨੂੰ ਆ ਕੇ ਮਿਲ ਜਾਂਦਾ ਹੈ। ਕਈ ਕੋਟ ਮੰਗੈ ਸਤ ਸੰਗ। ਤੇ ਕਈ ਇੱਦਾਂ ਦੇ ਵੀ ਹੁੰਦੇ ਨੇ ਵੀ ਸੱਚੇ ਪਾਤਸ਼ਾਹ ਜੀ ਦੇ ਕੋਲ ਅਰਦਾਸ ਕਰਦੇ ਨੇ ਵੀ ਵਾਹਿਗੁਰੂ ਸਾਨੂੰ ਸੰਗਤ ਦਿਓ, ਸਾਨੂੰ ਸੰਗਤ ਮਿਲੇ। ਉਹ ਸੰਗਤ ਮੰਗਦੇ ਨੇ। ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ, ਪਾਰ ਬ੍ਰਹਮ ਤਿੰਨ ਲਾਗਾ ਰੰਗ। ਵਾਹਿਗੁਰੂ ਦਾ ਉਹਨਾਂ ਨੂੰ ਫਿਰ ਪਿਆਰ ਮਿਲ ਜਾਂਦਾ ਹੈ। ਉਹਨਾਂ ਨੂੰ ਮਾਲਕ ਦੇ ਨਾਲ ਸਕੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਨ੍ਹਾਂ ਨੇ ਸੰਗਤ ਮੰਗ ਲਈ ਹੈ ਨਾ, ਸਤਿਗੁਰੂ ਕਹਿੰਦੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲੇਖਾਸ। ਤੇ ਇਹ ਇੰਟਰਸਟ ਵੀ ਤੇ ਹੋਵੇ ਨਾ। ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਤੇ ਫਿਰ ਅਗਲੀ ਗੱਲ ਕਰਾਂਗਾ ਮੈਂ, ਕਿਉਂਕਿ ਪਿੱਛੇ ਜੇ ਤੁਸੀਂ ਵੀ ਵੇਖਿਆ ਵੀ 14-15 ਦਿਨ ਕਾਫੀ ਸਖਤਾਈ ਸੀ, ਸਾਰਾ ਕੁਝ ਦੁਬਾਰਾ ਚੱਲਿਆ ਤੇ ਸਾਰੇ ਸਮਾਗਮ ਬੰਦ ਹੋ ਗਏ। ਤੇ ਸੰਗਤ ਫਿਰ ਵੀ ਫੋਨ ਕਰਦੀ ਹੈ ਵੀ ਜਿਹੜੀ ਸਵੇਰੇ ਖਾਸ ਕਰਕੇ ਨਿਤਨੇਮ ਦੇ ਵਿੱਚ ਆਉਣ ਵਾਲੀ ਸੰਗਤ ਹੈ। ਬਾਕੀ ਸੰਗਤ ਇਹ ਨਹੀਂ ਵੀ ਮੈਂ ਤੁਹਾਨੂੰ ਕਹਿ ਰਿਹਾ, ਅਸੀਂ ਤੇ ਆਪ ਨਹੀਂ ਇੱਥੇ ਹੁੰਦੇ, ਸਾਰਾ ਕੁਝ ਰੁਕ ਜਾਂਦਾ ਹੈ। ਪਰ ਜਿਹੜੇ ਸਵੇਰ ਵਾਲੇ ਨਿਤਨੇਮ ਵਾਲੇ ਨੇ, ਨਮਸਕਾਰ ਹੈ ਉਹਨਾਂ ਦੇ ਚਰਨਾਂ ਦੇ ਉੱਤੇ। 2-4 ਦਿਨ ਰੋਕਣਾ ਹੋਵੇ ਤੇ ਕਈ ਵਾਰ ਤਰਲੇ ਮਾਰਨੇ ਪੈਂਦੇ ਨੇ ਵੀ ਤੁਸੀਂ ਰੁਕ ਜਾਓ, ਕੋਈ ਗੱਲ ਨਹੀਂ। ਉਹ ਕਹਿੰਦੇ ਫਿਰ ਵੀ ਕੋਈ ਨਹੀਂ, ਅਸੀਂ ਆ ਕੇ ਬੈਠੇ ਰਵਾਂਗੇ, ਬਸ ਆਉਣ ਤੇ ਦਿਓ ਸਾਨੂੰ। ਇੱਕ ਖਿੱਚ ਹੈ ਨਾ ਮਾਲਕ ਨੇ ਉਹਨਾਂ ਦੇ ਅੰਦਰ ਪਾਤੀ। ਇਹ ਨਹੀਂ ਕਿ ਤੁਸੀਂ ਆਉਂਦੇ ਨਹੀਂ ਜੇ, ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ। ਪਰ ਇੱਦਾਂ ਦੇ ਬੰਦੇ ਹਜ਼ੂਰ ਕਹਿੰਦੇ ਮਨ ਦੇ ਵਿੱਚ ਮੰਗਦੇ ਪਏ ਨੇ ਵੀ ਸੱਚੇ ਪਾਤਸ਼ਾਹ ਸੰਗਤ ਨਾ ਮੇਰੇ ਤੋਂ ਦੂਰ ਹੋਵੇ। ਨਿਰੰਤਰ ਗੁਰਦੁਆਰੇ ਆਉਣ ਵਾਲੇ, ਇੱਥੇ ਵੀ 2-2 ਵੇਲੇ ਦੀ ਹਾਜ਼ਰੀ ਭਰਨ ਵਾਲੇ, ਸੰਗਤ ਦੇ ਵਿੱਚ ਵੇਖੋ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਨ ਵਾਲੇ, ਬੰਗਲਾ ਸਾਹਿਬ ਦੀਆਂ ਹਾਜ਼ਰੀਆਂ ਭਰਨ ਵਾਲੇ। ਮਾਲਕ ਦੇ ਕੋਲੋਂ ਮੰਗਿਆ ਵੀ ਉਹ ਚੀਜ਼ ਮਿਸ ਨਾ ਹੋਵੇ। ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੁਪ੍ਰਸੰਨ। ਜਿਨ੍ਹਾਂ ਦੇ ਉੱਤੇ ਮਾਲਕ ਆਪ ਪ੍ਰਸੰਨ ਹੋ ਜਾਂਦਾ ਹੈ। ਨਾਨਕ ਤੇ ਜਨ ਸਦਾ ਧਨ ਧਨ। ਹਜ਼ੂਰ ਕਹਿੰਦੇ ਉਹ ਸਦਾ ਹੀ ਧਨ ਨੇ, ਸਦਾ ਹੀ ਨਿਹਾਲ ਨੇ। ਕਈ ਕੋਟ ਖਾਣੀ ਅਰ ਖੰਡ। ਸਤਿਗੁਰੂ ਕਹਿੰਦੇ ਨੇ ਕਰੋੜਾਂ ਹੀ ਖਾਣੀਆਂ ਤੇ ਕਰੋੜਾਂ ਹੀ ਖੰਡ, ਭਾਵ ਕੇ ਹਿੱਸੇ ਨੇ। ਖਾਣੀ ਵੈਸੇ ਹੁੰਦਾ ਹੈ ਜਿਹਦੇ ਤੋਂ ਜੀਵ ਦੀ ਪੈਦਾਇਸ਼ ਹੁੰਦੀ ਹੈ। ਮੁੱਖ ਤੌਰ ਦੇ 'ਤੇ 4 ਮੰਨੀਆਂ ਜਾਂਦੀਆਂ ਨੇ। ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਤੇ ਬਨਸਪਤੀ ਤੋਂ ਪੈਦਾ ਹੋਣ ਵਾਲੇ ਜੀਵ। ਇਹ 4 ਖਾਣੀਆਂ ਨੇ। ਪਰ ਗੁਰੂ ਸਾਹਿਬ ਨੇ ਕਹਿੰਦੇ ਵੀ 4 ਹੀ ਨੇ। ਮਹਾਰਾਜ ਕਹਿੰਦੇ ਬੇਅੰਤ ਖਾਣੀਆਂ ਨੇ। ਕਈ ਕੋਟ ਖਾਣੀ ਅਰ ਖੰਡ। ਧਰਤੀ ਦੇ ਹਿੱਸੇ ਵੀ ਬੇਅੰਤ। ਕਈ ਕੋਟ ਆਕਾਸ਼ ਬ੍ਰਹਮੰਡ। ਕਰੋੜਾਂ ਹੀ ਆਕਾਸ਼ ਨੇ ਤੇ ਬ੍ਰਹਮੰਡ ਵੀ ਕਰੋੜਾਂ ਨੇ। ਕਈ ਕੋਟ ਹੋਏ ਅਵਤਾਰ। ਕਰੋੜਾਂ ਹੀ ਲੋਕ ਜਨਮ ਲੈਣ ਵਾਲੇ ਨੇ। ਅਵਤਾਰ ਦਾ ਮਤਲਬ ਵੈਸੇ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਜਿਹਨੂੰ ਰੱਬ ਰੂਪ ਮੰਨਿਆ ਜਾਂਦਾ ਹੈ, ਭਾਵ ਕਿ ਕਰੋੜਾਂ ਹੀ ਅਵਤਾਰ ਜਨਮ ਲੈਣ ਵਾਲੇ ਨੇ। ਕਈ ਜੁਗਤ ਕੀਨੋ ਵਿਸਥਾਰ। ਸੰਸਾਰ ਦਾ ਵਿਸਥਾਰ ਮਾਲਕ ਕਈ ਜੁਗਤੀਆਂ ਦੇ ਨਾਲ ਕਰਦਾ ਹੈ, ਕਈ ਤਰੀਕਿਆਂ ਦੇ ਨਾਲ ਕਰਦਾ ਹੈ। ਸਦਾ ਸਦਾ ਕਈ ਵਾਰ ਪਸਰਿਓ ਪਾਸਾਰ। ਇਸ ਸ੍ਰਿਸ਼ਟੀ ਦਾ ਪਸਾਰਾ ਜਿਹੜਾ ਹੈ ਨਾ, ਉਹ ਇੱਕ ਵਾਰ ਨਹੀਂ ਫੈਲਿਆ, ਪਤਾ ਨਹੀਂ ਕਿੰਨੀ ਵਾਰ ਫੈਲ ਗਿਆ।
ਕਈ ਵਾਰ ਇਹ ਸ੍ਰਿਸ਼ਟੀ ਕਈ ਵਾਰ ਬਣੀ ਤੇ ਕਈ ਵਾਰ ਖਤਮ ਹੋਈ। ਹਜ਼ੂਰ ਦੇ ਬਚਨ ਅਗਲੇ, ਸਦਾ ਸਦਾ ਇੱਕ ਏਕੰਕਾਰ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਸਦਾ ਉਹੋ ਜਿਹਾ ਹੀ ਰਹਿੰਦਾ ਹੈ। ਕਈ ਕੋਟ ਕੀਨੇ ਬਹੁ ਭਾਂਤ, ਕਈ ਭਾਂਤਾਂ ਦੇ ਕਈ ਤਰੀਕਿਆਂ ਦੇ ਜੀਵ ਮਾਲਕ ਨੇ ਪੈਦਾ ਕੀਤੇ, ਉਹ ਵੀ ਕਰੋੜਾਂ ਹੀ ਨੇ। ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਰੱਬ ਤੋਂ ਪੈਦਾ ਹੁੰਦੇ ਨੇ ਤੇ ਰੱਬ ਦੇ ਵਿੱਚ ਹੀ ਸਮਾ ਜਾਂਦੇ ਨੇ। ਤਾਕਾ ਅੰਤ ਨਾ ਜਾਣੈ ਕੋਏ, ਉਸ ਮਾਲਕ ਦਾ ਅੰਤ ਨਹੀਂ ਕੋਈ ਜਾਣਦਾ ਹੈ। ਆਪੇ ਆਪ ਨਾਨਕ ਪ੍ਰਭ ਸੋਏ, ਉਹ ਆਪ ਹੀ ਮਾਲਕ ਆਪਣੇ ਵਰਗਾ ਹੈ। ਭਾਵ ਕਿ ਆਪਣੇ ਬਾਰੇ ਜਾਣਕਾਰੀ ਕੇਵਲ ਉਹੀ ਰੱਖਦਾ ਹੈ। ਆਖਰੀ ਪਦਾ ਹੈ ਇਸ ਅਸ਼ਟਪਦੀ ਦਾ, ਕਈ ਕੋਟ ਪਾਰ ਬ੍ਰਹਮ ਕੇ ਦਾਸ। ਇੰਨੀ ਸਾਰੀ ਕਾਇਨਾਤ ਦੇ ਵਿੱਚੋਂ ਕਰੋੜਾਂ ਲੋਕ ਉਹ ਨੇ, ਕਈ ਕਰੋੜ ਉਹ ਨੇ ਜਿਹੜੇ ਮਾਲਕ ਦੇ ਸੇਵਕ ਬਣ ਗਏ, ਵਾਹਿਗੁਰੂ ਦੇ ਸੇਵਕ ਬਣ ਗਏ। ਤਿੰਨ ਹੋਵਤ ਆਤਮ ਪ੍ਰਗਾਸ, ਉਹਨਾਂ ਦੇ ਆਤਮੇ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਮਾਲਕ ਦੇ ਨਾਮ ਦਾ ਚਾਨਣ ਹੋ ਜਾਂਦਾ ਹੈ। ਕਈ ਕੋਟ ਤਤ ਕੇ ਬੇਤੇ, ਕਰੋੜਾਂ ਹੀ ਲੋਕ ਇੱਦਾਂ ਦੇ ਨੇ ਜਿਹੜੇ ਤਤ ਨੂੰ ਵੇਖਣ ਵਾਲੇ ਨੇ। ਤਤ ਮਤਲਬ ਰੂਟ, ਮਾਲਕ ਨੂੰ ਵੇਖਣ ਵਾਲੇ ਨੇ। ਸਦਾ ਨਿਹਾਰੈ ਇੱਕੋ ਨੇਤਰੇ, ਉਹ ਇਹਨਾਂ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਸਦਾ ਹੀ ਮਾਲਕ ਨੂੰ ਵੇਖਦੇ ਨੇ। ਕਈ ਕੋਟ ਨਾਮ ਰਸ ਪੀਵੇਂ, ਕਈ ਕਰੋੜਾਂ ਲੋਕ ਨੇ ਜਿਹੜੇ ਨਾਮ ਦੇ ਸਵਾਦ ਨੂੰ ਪੀ ਰਹੇ, ਨਾਮ ਦੇ ਸਵਾਦ ਨੂੰ ਮਾਣਦੇ ਨੇ। ਅਮਰ ਭਏ ਸਦ ਸਦ ਹੀ ਜੀਵੇਂ, ਭਾਈ ਉਹ ਅਮਰ ਹੋ ਜਾਂਦੇ ਨੇ, ਸਦਾ ਹੀ ਜਿਉਂਦੇ ਨੇ। ਭਾਵ ਕਿ ਉਹਨਾਂ ਨੂੰ ਇਸ ਜ਼ਿੰਦਗੀ ਦੇ ਵਿੱਚ ਜੀਂਦਿਆਂ ਹੋਇਆਂ ਕਦੀ ਵੀ ਨਿਰਾਸ਼ਤਾ ਤੇ ਆਤਮਿਕ ਮੌਤ ਨਹੀਂ ਆਉਂਦੀ ਹੈ। ਕਈ ਕੋਟ ਨਾਮ ਗੁਣ ਗਾਵੇ, ਕਈ ਕਰੋੜਾਂ ਲੋਕ ਇਹੋ ਜਿਹੇ ਨੇ ਜਿਹੜੇ ਨਾਮ ਨੂੰ, ਗੁਣਾਂ ਨੂੰ, ਵਾਹਿਗੁਰੂ ਦੀਆਂ ਗੁਣਾਂ ਨੂੰ ਗਾਉਂਦੇ ਨੇ। ਆਤਮ ਰਸ ਸੁਖ ਸਹਿਜ ਸਮਾਵੇਂ, ਆਤਮ ਰਸ ਦੇ ਵਿੱਚ ਬੜੇ ਸੁੱਖ ਦੇ ਨਾਲ ਉਹ ਸਮਾਏ ਰਹਿੰਦੇ ਨੇ। ਮਤਲਬ ਆਪਣੇ ਆਪ ਦੇ ਵਿੱਚ ਮਸਤ, ਵਾਹਿਗੁਰੂ ਵਾਹਿਗੁਰੂ ਸਾਰਾ ਦਿਨ ਕਹੀ ਜਾਣਾ, ਨਾ ਕਿਸੇ ਨੂੰ ਕੁਝ ਕਹਿਣਾ, ਨਾ ਕਿਸੇ ਦੀ ਸੁਣਨੀ, ਆਪਣੇ ਆਪ ਦੇ ਵਿੱਚ ਮਸਤ ਜੀ ਜ਼ਿੰਦਗੀ ਜੀਣ ਵਾਲੇ। ਹਜ਼ੂਰ ਕਹਿੰਦੇ ਨੇ, ਆਪਣੇ ਜਨ ਕੋ ਸਾਸ ਸਾਸ ਸੰਭਾਰੇ, ਵਾਹਿਗੁਰੂ ਆਪਣੇ ਸੇਵਕਾਂ ਨੂੰ ਹਰ ਸਾਹ ਦੇ ਨਾਲ ਸੰਭਾਲਦਾ ਹੈ। ਜਿਹਨੂੰ ਅਸੀਂ ਪੜ੍ਹਦੇ ਹਾਂ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਵਾਲਾ ਸ਼ਬਦ। ਹਜ਼ੂਰ ਕਹਿੰਦੇ ਨੇ, ਆਪਣੇ ਜਨ ਕੋ ਸਾਸ ਸਾਸ ਸੰਭਾਰੇ, ਹਰ ਸਾਹ ਦੇ ਨਾਲ ਆਪਣੇ ਸੇਵਕ ਨੂੰ ਸੰਭਾਲਦਾ ਹੈ। ਸਤਿਗੁਰੂ ਕਹਿੰਦੇ ਨੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ, ਸਤਿਗੁਰੂ ਕਹਿੰਦੇ ਉਹ ਜੀਵ ਨੇ ਫਿਰ ਉਹ ਪਰਮਾਤਮਾ ਦੇ ਪਿਆਰੇ ਹੋ ਜਾਂਦੇ ਨੇ। ਮੁੱਖ ਗੱਲ ਇਸ ਅਸ਼ਟਪਦੀ ਦੇ ਵਿੱਚ ਇਹ ਹੈ, ਸ੍ਰਿਸ਼ਟੀ ਦੇ ਵਿੱਚ ਹਰ ਇੱਕ ਤਰੀਕੇ ਦੇ ਜੀਵ ਨੇ, ਹਰ ਇੱਕ ਤਰੀਕੇ ਦੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਕੁਝ ਹੈ ਹੀ ਨਹੀਂ, ਬੜਾ ਕੁਝ ਇੱਦਾਂ ਦਾ ਹੈ ਜਿਹੜਾ ਅਜੇ ਅਸੀਂ ਵੇਖਿਆ ਹੀ ਨਹੀਂ, ਪਰ ਅਸੀਂ ਖਤਮ ਨਹੀਂ ਕਰ ਸਕਦੇ। ਤੇ ਇਹਨੂੰ ਵਹਿਮਾਂ ਵਾਲੇ ਪਾਸੇ ਤੋਂ ਵੀ ਨਹੀਂ ਲੈ ਕੇ ਜਾਣਾ। ਪਰ ਸਤਿਗੁਰੂ ਕਹਿੰਦੇ ਬੇਅੰਤ ਸ੍ਰਿਸ਼ਟੀ ਹੈ, ਸ੍ਰਿਸ਼ਟੀ ਦਾ ਵੀ ਅੰਤ ਨਹੀਂ ਤੇ ਸ੍ਰਿਸ਼ਟੀ ਦੇ ਕਰਤੇ ਦਾ ਅੰਤ ਤੇ ਹੈ ਹੀ ਨਹੀਂ ਹੈ। ਮਾਲਕ ਨੇ ਕਈ ਤਰੀਕਿਆਂ ਦੀ ਤੇ ਕਈ ਕਿਸਮਾਂ ਦੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਗੁਰੂ ਬਖਸ਼ਿਸ਼ ਦੇ ਸਦਕਾ ਸ੍ਰਿਸ਼ਟੀ ਦੇ ਵਿੱਚੋਂ ਵੀ ਸ੍ਰਿਸ਼ਟੀ ਨੂੰ ਵੇਖਣ ਦੀ ਕੋਸ਼ਿਸ਼ ਕਰੀਏ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।